तदारा स्यों प्रीत लगाई। एक उत्तम पंथ सुनयो गुर संगत, हे मलंत जम त्रास मिटाई। एक अरदास पाठ कीरत की, गुर रामदास राखो सरनाई। तेरे कवन कवन गुण कह कह गावा, तू साहिब गुणी निधाना। तुमरी महिमा बरन न साको, तू ठाकुर ऊच भगवाना। सतपुरख जिन जानिया, सतगुर तिसका नाओ। तिसकै संग सिख उदय, नानक हर गुण गाओ। सुकाओ टल गुर सेविय, ऐनस सहज सुभाए। दर्शन परसै कूपै, जन्म मरण दुख जाए। होवै सिफत संबंधी, नूर अरसों पुरसों चटिया। तुध डिठे सच्चे पातशाह, मल जन्म जन्म दी कटिया। तुध डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। राग सुही महला पंजवा, घर चौथा। एक ओंकार सतगुर प्रसाद, भली सुहावी छापरी। जामै गुण गाए, कित ही कामना तौल हर। जित हर बिसराए रहाओ। आनंद गरीबी साध संग, जित प्रभ चित आए। जल जाओ एहो बड़पना, माया लपटाए। भली सुहावी छापरी, जामै गुण गाए। वाहिगुरु जी का खालसा, वाहिगुरु जी की फतेह। दीन दुनिया दे मालक, धन गरीब नवाज गुरु ग्रंथ साहिब पातशाह जियां दी पावन पवित्र हजूरी अंदर विराजमान हो रही गुरु की संगत। ਆਪਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੀ ਵਿਚਾਰ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਪਤ ਹੋਏ ਆ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਬਖਸ਼ਿਸ਼ ਕੀਤੇ। ਗੁਰਬਾਣੀ ਦੇ ਨਿਤਨੇਮ ਦੀਆਂ ਦਾਤਾਂ ਮਹਾਰਾਜ ਸਾਹਿਬ ਜੀ ਨੇ ਬਖਸ਼ੀਆਂ। ਸੋ ਇਸ ਵੇਲੇ ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਆਪਾਂ ਸਰਵਨ ਕਰਨ ਜਾ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਸੂਹੀ ਮਹੱਲਾ ਪੰਜਵਾਂ ਘਰ ਚੌਥਾ। ਸੂਹੀ ਰਾਗ ਦਾ ਇਹ ਸ਼ਬਦ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਚੌਥੇ ਘਰ ਦੇ ਅੰਦਰ ਇਹ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਬਖਸ਼ਿਸ਼ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੁਆਰਾ ਇਹ ਉਚਾਰਿਆ ਗਿਆ ਸ਼ਬਦ ਹੈ। ਸੂਹੀ ਰਾਗ ਵਿੱਚ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਨਿਰੰਕਾਰ ਪਰਮੇਸ਼ਰ, ਇਹ ਉਸ ਦੇ ਨਾਮ ਨੇ ਜਿਸ ਨੇ ਦੁਨੀਆ ਬਣਾਈ ਹੈ, ਸ੍ਰਿਸ਼ਟੀ ਬਣਾਈ ਹੈ। ਤੇ ਸਤਿਗੁਰੂ ਕਹਿਣ ਲੱਗੇ ਉਹ ਜੋ ਸ੍ਰਿਸ਼ਟੀ ਬਣਾਉਣ ਵਾਲਾ ਪਰਮਾਤਮਾ ਹੈ ਉਸ ਨੂੰ ਕਿਹਾ ਜਾਂਦਾ ਓੰਕਾਰ। ਗੁਰਬਾਣੀ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਓੰਕਾਰ ਸੈਲ ਜੁਗ ਭੈ, ਓੰਕਾਰ ਵੇਦ ਨਿਰਮੈ, ਕਿ ਇਹ ਜਿਹੜੀ ਸ੍ਰਿਸ਼ਟੀ ਹੈ ਪਰਮਾਤਮਾ ਨੇ ਓੰਕਾਰ ਆਖਿਆ ਤੇ ਸ੍ਰਿਸ਼ਟੀ ਸਾਰੀ ਦੀ ਸਾਰੀ ਬਣ ਗਈ ਹੈ। ਗੁਰਬਾਣੀ ਦਾ ਬਚਨ ਆਪਾਂ ਨਿਤਨੇਮ ਦੇ ਵਿੱਚ ਪੜ੍ਹਿਆ ਹੈ, ਕੀਤਾ ਪਸਾਓ ਏਕੋ ਅਕਵਾਓ ਤਿਸਤੇ ਹੋਏ ਲੱਖ ਦਰਿਆ। ਪਰਮਾਤਮਾ ਨੇ ਇਹ ਜਿਹੜਾ ਕੀਤਾ ਪਸਾਓ, ਇਹ ਦੁਨੀਆ ਦਾ ਪਸਾਰਾ ਜਿਹੜਾ ਬਣਾਇਆ ਹੈ, ਕੀਤਾ ਪਸਾਓ ਏਕੋ ਕਵਾਓ। ਕਵਾਓ ਤੋਂ ਭਾਵ ਹੈ ਬੋਲਣਾ, ਕਹਿਣਾ। ਕਹਿਣ ਲੱਗੇ ਵੀ ਇੱਕੋ ਹੀ ਬਚਨ ਪਰਮਾਤਮਾ ਨੇ ਮੁਖੋਂ ਆਖਿਆ, ਕੀਤਾ ਪਸਾਓ ਸ੍ਰਿਸ਼ਟੀ ਬਣ ਗਈ, ਤਿਸਤੇ ਹੋਏ ਲੱਖ ਦਰਿਆ। ਇਹ ਦਰਿਆ, ਇਹ ਨਦੀਆਂ, ਇਹ ਸਮੁੰਦਰ, ਇਹ ਪਹਾੜ, ਇਹ ਪਰਬਤ, ਜੋ ਵੀ ਹੈ ਸ੍ਰਿਸ਼ਟੀ, ਇਹ ਉਸੇ ਵੇਲੇ ਸਾਰੀ ਸਜ ਗਈ। ਅਨਮਤ ਜਿਹੜੇ ਨੇ ਹੋਰਾਂ ਮਤਾਂ ਵਿੱਚ ਵੱਖਰਾ ਵੱਖਰਾ ਵਿਚਾਰ ਹੈ ਕਿ ਪਰਮਾਤਮਾ ਨੂੰ ਸ੍ਰਿਸ਼ਟੀ ਸਾਜਦਿਆਂ ਇੰਨਾ ਸਮਾਂ ਲੱਗ ਗਿਆ ਹੈ ਜਾਂ ਇੰਨਾ ਸਮਾਂ ਲੱਗ ਕੇ ਦੁਨੀਆ ਬਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ ਇਹ ਹੈ ਵੀ ਪਰਮਾਤਮਾ ਨੂੰ ਸਮਾਂ ਕੋਈ ਲੱਗਾ ਹੀ ਨਹੀਂ, ਬਸ ਓੰਕਾਰ ਨਿਕਲਿਆ ਮੁਖੋਂ ਤੇ ਸ੍ਰਿਸ਼ਟੀ ਬਣ ਗਈ ਨਾਲ ਦੀ ਨਾਲ। ਇੰਨੀ ਸਮਰੱਥਾ ਹੈ ਉਹਦੇ ਵਿੱਚ, ਇੰਨੀ ਤਾਕਤ ਹੈ। ਮਹਾਰਾਜ ਕਹਿਣ ਲੱਗੇ ਇੱਕ ਓੰਕਾਰ, ਓੰਕਾਰ ਪਰਮਾਤਮਾ ਜਿਹਨੇ ਦੁਨੀਆ ਬਣਾਈ, ਸ੍ਰਿਸ਼ਟੀ ਬਣਾਈ ਹੈ, ਉਹ ਭਾਈ ਪਰਮਾਤਮਾ ਇੱਕ ਹੀ ਹੈ, ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਮਹਾਰਾਜ ਕਹਿਣ ਲੱਗੇ ਜੋ ਇੱਕ ਹੈ ਉਹਦੀ ਜੇ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਬਖਸ਼ਿਸ਼ ਲੈਣੀ ਪਵੇਗੀ। ਪ੍ਰਸਾਦ ਨਾਮ ਗੁਰਮੁਖੋ ਕਿਰਪਾ ਦਾ, ਤੈਨੂੰ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਪਵੇਗੀ। ਤੇ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਗੁਰੂ ਦਾ ਬਚਨ ਮੰਨ ਕੇ, ਗੁਰੂ ਦੀ ਖੁਸ਼ੀ ਲੈ ਕੇ ਉਸ ਦੀ ਕਿਰਪਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ। ਸਤਿਗੁਰੂ ਕਹਿਣ ਲੱਗੇ ਛਾਪਰੀ ਤੋਂ ਭਾਵ ਗੁਰਮੁਖੋ ਜਿਹਨੂੰ ਆਪਾਂ ਕਹਿ ਦਿੰਦੇ ਆ ਛੰਨ, ਕੁੱਲੀ, ਜਾਂ ਆਪਾਂ ਕਹਿ ਦਿੰਦੇ ਆ ਝੁੱਗੀ, ਛੱਪਰ। ਮਹਾਰਾਜ ਕਹਿਣ ਲੱਗੇ ਉਹ ਛੱਪਰ ਚੰਗਾ ਹੈ, ਉਹ ਕੁੱਲੀ ਚੰਗੀ ਹੈ, ਉਹ ਛੰਨ ਚੰਗੀ ਹੈ ਜਿਹਦੇ ਵਿੱਚ ਬਹਿ ਕੇ ਪਰਮਾਤਮਾ ਦੇ ਗੁਣ ਗਾਏ ਜਾਣ। ਜੇ ਗੁਣ ਗਾਉਣ ਵਾਲਾ ਛੱਪਰ ਦੇ ਵਿੱਚ ਵੀ ਬੈਠਾ ਹੈ ਨਾ, ਤੇ ਮਹਾਰਾਜ ਕਹਿਣ ਲੱਗੇ ਉਹ ਥਾਮ ਸੋਭਨੀਕ ਹੈ, ਉਹ ਥਾਂ ਭਾਗਾਂ ਵਾਲਾ ਹੈ, ਉਹ ਕੁੱਲੀ ਵੀ ਭਾਗਾਂ ਵਾਲੀ ਹੈ ਜਿੱਥੇ ਬੈਠ ਕੇ ਕੋਈ ਰੱਬ ਦਾ ਪਿਆਰਾ ਉਹਦੇ ਗੁਣਾਂ ਨੂੰ ਗਾਇਨ ਕਰਦਾ ਹੈ, ਗੁਣਾਂ ਨੂੰ ਕਹਿੰਦਾ ਹੈ। ਭਲੀ ਸੁਹਾਵੀ ਛਾਪਰੀ, ਇਹ ਛਾਪਰੀ, ਇਹ ਛੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪਣੇ ਪ੍ਰੇਮੀ ਭਗਤ ਵੱਲ ਵੇਖ ਕੇ ਜਦੋਂ ਮਿਲੇ ਨਾ, ਜਾ ਕੇ ਬਚਨ ਬਲਾਸ ਕੀਤੇ। ਆਪਾਂ ਪਿੱਛੇ ਵੀ ਇਹ ਬਚਨ ਸਰਵਣ ਕੀਤੇ ਕਿ ਖਾਨ ਛਾਪਰੀ ਵੱਖਰੇ ਵੱਖਰੇ ਨਗਰ ਹਨ, ਸੋ ਇਕੱਠਾ ਹੀ ਬੁਲਾਇਆ ਜਾਂਦਾ ਹੈ ਖਾਨ ਛਾਪਰੀ। ਮਹਾਰਾਜ ਜਾਂਦੇ ਪਏ ਸਨ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਕਿਰਪਾ ਕਰਦਿਆਂ ਹੋਇਆਂ ਗੋਇੰਦਵਾਲ ਸਾਹਿਬ ਨੂੰ, ਤੇ ਰਸਤੇ ਵਿੱਚ ਮਹਾਰਾਜ ਸਾਹਿਬ ਜੀ ਫਿਰ ਪ੍ਰੇਮੀ ਭਗਤ ਗੁਰਮੁਖ ਦੇ ਕੋਲ ਟਿਕ ਗਏ। ਨੇੜੇ ਹੀ ਪਿੰਡ ਹੈ, ਉਹਨਾਂ ਨੂੰ ਪੁੱਛਿਆ ਮਹਾਰਾਜ ਜੀਆਂ ਨੇ ਕਿ ਅਸੀਂ ਮੌਸਮ ਖਰਾਬ ਹੈ, ਇੱਥੇ ਕੁਝ ਸਮਾਂ ਟਿਕ ਜਾਈਏ। ਤੇ ਉਹਨਾਂ ਨੇ ਆਖਿਆ ਨਹੀਂ ਮਹਾਰਾਜ ਇੱਥੇ ਟਿਕ ਨਹੀਂ ਸਕਦੇ, ਅੱਗੇ ਚਲੇ ਜਾਓ। ਅੱਗੇ ਇੱਕ ਰੱਬ ਦਾ ਭਗਤ ਸਤਿਗੁਰਾਂ ਦਾ ਪ੍ਰੇਮੀ ਕੱਖਾਂ ਦੀ ਛਪਰੀ ਵਿੱਚ ਬੈਠਾ ਹੋਇਆ ਗੁਣ ਗਾਉਂਦਾ ਪਿਆ।
ਮਹਾਰਾਜ ਉਹਦੇ ਕੋਲ ਚਲੇ ਗਏ। ਉਹਦੇ ਕੋਲ ਪਾਟੀ ਜੀ ਕੰਬਲੀ ਉੱਪਰ ਲੈਣ ਵਾਲੀ ਸਤਿਗੁਰਾਂ ਨੂੰ ਆਇਆ ਵੇਖ ਕੇ ਉਹਨੇ ਬੜੀ ਛੇਤੀ ਉਹ ਵਿਛਾ ਕੇ ਤੇ ਉਹਦੇ ਉੱਪਰ ਮਹਾਰਾਜ ਜੀ ਨੂੰ ਬਿਠਾਇਆ। ਜੋ ਪ੍ਰਸ਼ਾਦਾ ਪਾਣੀ ਇਹ ਤਿਆਰ ਕਰਦਾ ਹੈ, ਪ੍ਰਸ਼ਾਦੇ ਦਾ ਨਿਯਮ ਇਹ ਹੈ ਵੀ 2 ਪ੍ਰਸ਼ਾਦੇ ਬਣਾ ਲੈਣੇ ਜਾਂ 4 ਪ੍ਰਸ਼ਾਦੇ ਬਣਾ ਲੈਣੇ। ਉਹਦੇ ਵਿੱਚੋਂ ਅੱਧਾ ਪ੍ਰਸ਼ਾਦਾ ਛਕ ਲੈਣਾ ਤੇ ਅੱਧਾ ਪ੍ਰਸ਼ਾਦਾ ਬਾਕੀ ਰੱਖ ਲੈਣਾ। ਜੇ ਕੋਈ ਆਇਆ ਗਿਆ ਲੋੜਵੰਦ ਆ ਜਾਣਾ ਉਸ ਨੂੰ ਛਕਾ ਦੇਣਾ, ਨਹੀਂ ਆਉਣਾ ਤੇ ਉਸ ਨੂੰ ਫਿਰ ਜਾਨਵਰਾਂ ਨੂੰ ਜਾਂ ਰਾਤ ਨੂੰ ਆਪ ਉਸ ਨੂੰ ਛਕ ਲੈਣਾ। ਜਦੋਂ ਮਹਾਰਾਜ ਪਹੁੰਚੇ ਤੇ ਉਹ ਸਤਿਗੁਰਾਂ ਨੂੰ ਕੰਬਲੀ ਤੇ ਬਿਠਾ ਕੇ ਤੇ ਉਸਨੇ ਉਹ ਪ੍ਰਸ਼ਾਦਾ ਜਿਹੜਾ ਪਹਿਲਾਂ ਬਣਾਇਆ ਹੋਇਆ ਮਹਾਰਾਜ ਨੂੰ ਆਖਿਆ, ਮਹਾਰਾਜ ਆਪ ਜੀ ਪ੍ਰਵਾਨ ਕਰੋ। ਸਤਿਗੁਰਾਂ ਨੇ ਛਕਿਆ, ਕਹਿਣ ਲੱਗੇ ਜਲ ਵੀ ਛਕਣਾ ਹੈ। ਕਹਿਣ ਲੱਗਾ ਮਹਾਰਾਜ ਜਲ ਮੈਂ ਲਿਆ ਦਿੰਦਾ ਹਾਂ, ਦੂਰੋਂ ਮਿਲੇਗਾ। ਪਰ ਸਤਿਗੁਰੂ ਜੀਆਂ ਨੇ ਕਿਰਪਾ ਕਰਕੇ ਆਖਿਆ ਨਹੀਂ, ਦੂਰ ਨਹੀਂ, ਨੇੜੇ ਹੀ ਹੈ। ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਮਹਾਰਾਜ ਉਹ ਬਚਨ ਇੱਥੇ ਕਰਦੇ ਪਏ, ਕਹਿਣ ਲੱਗੇ ਭਲੀ ਸੁਹਾਵੀ ਛਾਪਰੀ ਭਾਈ, ਇਹ ਛਾਪਰੀ ਸ਼ਾਨੇ ਝੁੱਗੀ ਚੰਗੀ ਹੈ। ਚੰਗੀ ਕਿਉਂ ਹੈ? ਜਾਂ ਮੈਂ ਗੁਣ ਗਾਏ, ਕਿਉਂਕਿ ਇਹਦੇ ਵਿੱਚ ਬੈਠ ਕੇ ਰੱਬ ਦਾ ਭਗਤ ਰੱਬ ਦੇ ਗੁਣ ਗਾਉਂਦਾ ਪਿਆ ਹੈ। ਤੇ ਇਹ ਭਾਵੇਂ ਦੁਨੀਆ ਦੀ ਨਜ਼ਰ ਵਿੱਚ ਗਰੀਬ ਹੋਵੇਗਾ ਜਾਂ ਇੱਕ ਅੱਖਾਂ ਦੀ ਛੰਨ ਹੋਵੇਗੀ, ਪਰ ਭਗਤਾਂ ਦੇ ਮੁਤਾਬਕ ਇਹ ਤੇ ਵੱਡੇ ਮਹੱਲ ਤੋਂ ਵੀ ਕਿਤੇ ਚੰਗਾ ਹੈ, ਜਿਸ ਵਿੱਚ ਬੈਠ ਕੇ ਗੁਣ ਗਾਏ ਜਾਂਦੇ ਹਨ। ਕਿਤਹੀ ਕਾਮਨਾ ਧੌਲ ਹਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਧੌਲ ਹਰ ਪੱਕੇ ਮਕਾਨ, ਆਪਾਂ ਕਹਿ ਲਈਏ ਵੱਡੇ ਘਰ, ਵੱਡੀਆਂ ਵੱਡੀਆਂ ਹਵੇਲੀਆਂ, ਵੱਡੀਆਂ ਵੱਡੀਆਂ ਇਮਾਰਤਾਂ ਕਿਸੇ ਕੰਮ ਨਹੀਂ। ਮਹਾਰਾਜ ਕਿਉਂ? ਕਾਰਨ ਕੀ ਹੈ? ਤੇ ਸਤਿਗੁਰੂ ਬਖਸ਼ਦੇ ਹਨ। ਜਿਤ ਹਰ ਬਿਸਰਾਏ, ਜਿਨ੍ਹਾਂ ਨੂੰ ਵੇਖ ਕੇ ਪ੍ਰਮਾਤਮਾ ਭੁੱਲ ਜਾਵੇ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਭਗਤ ਕਬੀਰ ਸਾਹਿਬ ਜੀ ਹੋਏ ਨਾ, ਸਮੇਂ ਦਾ ਰਾਜਾ ਵੀ ਅੱਜ ਬਚਨ ਮੰਨਦਾ ਹੈ, ਭਾਵੇਂ ਕਿਸੇ ਸਮੇਂ ਵਿਰੋਧੀ ਹੈ, ਪਰ ਭਗਤ ਜੀ ਦੀ ਮਹਿਮਾ ਜਾਣ ਕੇ ਹੁਣ ਹਰੇਕ ਬਚਨ ਮੰਨਦਾ ਵੀ ਹੈ। ਭਗਤ ਜੀ ਚਾਹੁੰਦੇ ਤੇ ਮਹੱਲ ਬਣਾ ਲੈਣ, ਜੋ ਮਰਜ਼ੀ ਕਰ ਲੈਣ, ਉਹਨਾਂ ਦੇ ਕੋਲ ਸਮਰੱਥਾ ਹੈ। ਪਰ ਨਹੀਂ, ਭਗਤ ਜੀਆਂ ਨੇ ਆਪਣਾ ਸਮਾਂ ਜਿਹੜਾ ਨਾ ਉਹ ਕਾਸ਼ੀ ਦੇ ਵਿੱਚ ਰਹਿੰਦਿਆਂ ਹੋਇਆਂ, ਪਰਮਾਤਮਾ ਦੇ ਭਾਣੇ ਨੂੰ ਮੰਨਦਿਆਂ ਹੋਇਆਂ, ਗਰੀਬੀ ਦੇ ਵਿੱਚ ਨਾਮ ਜਪਦਿਆਂ ਹੋਇਆਂ ਬਤੀਤ ਕੀਤਾ। ਬਚਨ ਕੀਤੇ, ਕਹਿਣ ਲੱਗੇ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਉੱਚਾ ਵੱਡਾ ਘਰ ਵੇਖ ਕੇ ਹੰਕਾਰ ਨਾ ਕਰ, ਕਿਉਂਕਿ ਆਜ ਕਾਲ ਭੋਏ ਲੇਟਣਾ, ਅੱਜ ਨਹੀਂ ਤੇ ਕੱਲ ਜਦੋਂ ਸਰੀਰ ਛੱਡਣਾ ਹੈ ਉਦੋਂ ਭੋਏ ਕਹੀਏ ਧਰਤੀ ਦੇ ਉੱਪਰ ਹੀ ਲੇਟਣਾ ਪਵੇਗਾ। ਭਾਵੇਂ ਅੰਤਮ ਸੰਸਕਾਰ ਹੋ ਰਿਹਾ, ਭਾਵੇਂ ਕਿਸੇ ਨੂੰ ਕਬਰ ਦੇ ਵਿੱਚ ਦਫਨਾਇਆ ਜਾ ਰਿਹਾ ਹੈ, ਲੇਟਣਾ ਧਰਤੀ ਤੇ ਹੀ ਹੈ। ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਜਿਹੜਾ ਕੱਲ ਵੱਡੇ ਮਹੱਲ ਵਿੱਚ ਰਹਿੰਦਾ ਸੀ, ਅੱਜ ਇਸ ਕਬਰ ਦੇ ਵਿੱਚ, ਕਬਰਸਤਾਨ ਵਿੱਚ ਦਫਨਾਇਆ ਗਿਆ, ਉਹਨਾਂ ਕਬਰਾਂ ਦੇ ਉੱਪਰ ਘਾਹ ਉੱਗ ਪਿਆ ਹੈ। ਕੋਈ ਸਾਂਭਣ ਵਾਲਾ, ਸੰਭਾਲ ਕਰਨ ਵਾਲਾ, ਸਫਾਈ ਕਰਨ ਵਾਲਾ ਕੋਈ ਨਹੀਂ ਹੈ। ਇਹ ਉਹਨਾਂ ਨੇ ਬਚਨ ਕੀਤੇ। ਕਹਿਣ ਲੱਗੇ ਹੰਕਾਰ ਨਾ ਕਰ ਆਪਣੇ ਵੱਡੇ ਘਰ ਦਾ, ਮਹੱਲ ਦਾ, ਇਹ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ। ਨਾਲ ਤੇ ਕੇਵਲ ਪ੍ਰਮਾਤਮਾ ਦਾ ਇੱਕ ਨਾਮ ਜਾਣਾ ਹੈ, ਪਰ ਨਾਮ ਨੂੰ ਤੂੰ ਜਪਿਆ ਨਹੀਂ। ਸਾਰੀ ਉਮਰ ਇਹ ਮਾਣ ਕਰ ਸਕੇ, ਮਾਣ ਹੀ ਕਰ ਛੱਡਿਆ ਕਿ ਮੇਰਾ ਮਹਿਲ, ਮੇਰਾ ਘਰ ਬੜਾ ਵੱਡਾ ਹੈ, ਬੜਾ ਸੋਹਣਾ ਹੈ। ਇਸ ਮਾਣ ਵਿੱਚ ਹੀ ਰਿਹਾ ਤੇ ਜਿਹੜਾ ਕੰਮ ਕਰਨਾ ਸੀ ਨਾ ਪ੍ਰਮਾਤਮਾ ਦਾ, ਜਿਸ ਕੰਮ ਵਾਸਤੇ ਆਏ, ਉਹ ਕੰਮ ਕੀਤਾ ਹੀ ਨਹੀਂ ਹੈ। ਆਇਓ ਪੜਨ ਸੁਨਨ ਕੋ ਬਾਣੀ, ਆਇਓ ਸੁਨਨ ਪੜਨ ਕੋ ਬਾਣੀ, ਨਾਮ ਦਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਦੁਨੀਆ ਤੇ ਆਇਆ ਸੀ ਬਾਣੀ ਪੜਨ ਵਾਸਤੇ, ਨਾਮ ਜਪਣ ਵਾਸਤੇ, ਨਾਮ ਸਰਵਨ ਕਰਨ ਵਾਸਤੇ, ਪਰ ਉਹ ਨਹੀਂ ਕੀਤਾ, ਜਨਮ ਵਿਅਰਥ ਚਲੇ ਗਿਆ। ਮਹਾਰਾਜ ਕਹਿਣ ਲੱਗੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਪਰਮਾਤਮਾ ਦੇ ਗੁਣ ਨਹੀਂ ਗਾਏ ਤੇ ਜਨਮ ਅਕਾਰਥ ਚਲੇ ਗਿਆ, ਨਿਸਫਲ ਚਲੇ ਗਿਆ, ਕੰਮ ਹੀ ਕੋਈ ਨਹੀਂ ਆਇਆ ਹੈ। ਦੂਜੇ ਪਾਸੇ ਮਹਾਰਾਜ ਕਹਿਣ ਲੱਗੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ। ਜਿਹਨੇ ਗੁਣ ਗਾਏ ਉਹਦਾ ਜਨਮ ਨਿਸਫਲ ਨਹੀਂ ਗਿਆ, ਸਗੋਂ ਸਫਲਾ ਹੋ ਗਿਆ ਹੈ। ਉਹ ਤੇ ਗੁਰਮੁਖ ਕਮਾਈ ਕਰਕੇ ਚੱਲਿਆ ਹੈ। ਗੁਰਮੁਖੋ ਇਹ ਫੈਸਲਾ ਹੁਣ ਆਪਣੇ ਹੱਥ ਵਿੱਚ ਹੈ ਕਿ ਆਪਾਂ ਇੱਥੋਂ ਕਮਾਈ ਕਰਕੇ, ਬੰਦਗੀ ਕਰਕੇ ਜਾਣਾ ਹੈ, ਜਾਂ ਸੰਸਾਰ ਵਿੱਚ ਰਹਿ ਕੇ
ਸੰਸਾਰੀ ਵਸਤੂਆਂ ਮਗਰ ਲੱਗ ਕੇ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਹਾਰਨਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਸਤਿਗੁਰੂ ਕਹਿਣ ਲੱਗੇ, ਕਿਤੇ ਹੀ ਕਾਮ ਨਾ ਧੌਲ ਹਾਰ। ਇਹ ਜਿਹੜਾ ਮੋਹ ਪਾਈ ਬੈਠਾ ਹੈ ਵੱਡੇ ਵੱਡੇ ਮਕਾਨ ਦੇ ਨਾਲ, ਇਹ ਤੇਰਾ ਕਿਸੇ ਕੰਮ ਆਉਣ ਵਾਲਾ ਨਹੀਂ ਹੈ। ਰਹਾਉ ਜਿਤ ਹਰ ਵਿਸਰਾਏ, ਜਿਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਭੁੱਲੀ ਬੈਠਾ ਹੈ, ਉਹਦੇ ਨਾਮ ਨੂੰ ਜਪਦਾ ਨਹੀਂ ਹੈ। ਰਹਾਉ ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਸਤਿਗੁਰੂ ਰਹਾਉ ਵਿਸ਼ਰਾਮ ਦੇ ਕੇ ਇਸ ਉਪਦੇਸ਼ ਨੂੰ ਅੱਗੇ ਬਖਸ਼ਿਸ਼ ਕਰਦੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਇਹ ਜੋ ਸਾਡਾ ਹਿਰਦਾ ਹੈ ਨਾ ਗੁਰਮੁਖੋ, ਇਹ ਧਰਤੀ ਹੀ ਹੈ। ਆਪਣੇ ਹਿਰਦੇ ਰੂਪੀ ਧਰਤੀ ਦੇ ਵਿੱਚ ਇਹ ਜਿਹੜਾ ਉਪਦੇਸ਼ ਬਖਸ਼ਿਸ਼ ਹੋ ਰਿਹਾ, ਇਸ ਨੂੰ ਰੌਣਾ ਕਰੋ, ਬੀਜਣਾ ਕਰੋ। ਭਾਵ ਕਿ ਇਹਦੀ ਕਮਾਈ ਕਰੋ ਆਪਣੇ ਮਨ ਕਰਕੇ। ਜਿਹੜੇ ਬਚਨ ਅਸੀਂ ਆਖੇ ਨੇ, ਇਹਨਾਂ ਬਚਨਾਂ ਦੀ ਕਮਾਈ ਕਰੋਗੇ ਤਾਂ ਤੁਹਾਡਾ ਭਲਾ ਹੈ। ਅਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਧ ਸੰਗਤ ਵਿੱਚ ਗਰੀਬੀ ਨੂੰ ਸਹਾਰਦਿਆਂ ਹੋਇਆ, ਭਾਵੇਂ ਦੁਨਿਆਵੀ ਤੌਰ ਤੇ ਗਰੀਬੀ ਹੈ ਕਿ ਥੋੜੀ ਬਹੁਤੀ ਮਾਇਆ ਦੇ ਨਾਲ ਹੀ ਗੁਜ਼ਾਰਾ ਹੈ, ਮਸਾਂ ਮਸਾਂ ਲੋੜਾਂ ਪੂਰੀਆਂ ਹੋ ਰਹੀਆਂ ਜਾਂ ਕਿਸੇ ਵੇਲੇ ਨਹੀਂ ਹੁੰਦੀਆਂ ਹਨ। ਪਰ ਮਹਾਰਾਜ ਕਹਿਣ ਲੱਗੇ, ਐਸੇ ਸਮੇਂ ਦੇ ਵਿੱਚ ਜੇ ਤੂੰ ਸਾਧ ਸੰਗਤ ਕਰਦਾ ਹੈ, ਗੁਰੂ ਦਰਬਾਰ ਵਿੱਚ ਬੈਠੇ ਹਾਂ, ਸਾਧ ਸੰਗਤ ਕਰਦੇ ਪਏ, ਗੁਰੂ ਦਰਬਾਰ ਵਿੱਚ ਬੈਠਦਾ ਹੈ, ਗੁਰਸਿੱਖਾਂ ਦੀ ਸੰਗਤ ਵਿੱਚ ਬੈਠਦਾ ਹੈ, ਤੇ ਪਾਤਸ਼ਾਹ ਕਹਿਣ ਲੱਗੇ, ਸਾਧ ਸੰਗਤ ਵਿੱਚ ਬੈਠਣ ਕਰਕੇ ਭਾਵੇਂ ਤੂੰ ਪਹਿਲਾਂ ਗਰੀਬ ਵੀ ਕਿਉਂ ਨਹੀਂ ਹੈ, ਪਰ ਮਹਾਰਾਜ ਕਹਿਣ ਲੱਗੇ, ਸਾਧ ਸੰਗਤ ਐਸੀ ਹੈ, ਇਹਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਹੈ। ਇਸ ਕਰਕੇ ਸਦਾ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ, ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਹੈ। ਸੋ ਸਾਧ ਸੰਗਤ ਵਿੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਨੰਦ ਗਰੀਬੀ ਸਾਧ ਸੰਗ, ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆ, ਰਹਿੰਦਿਆਂ ਹੋਇਆ, ਭਾਵੇਂ ਦੁਨਿਆਵੀ ਤੌਰ ਤੇ ਗਰੀਬੀ ਹੈ, ਪਰ ਕਹਿਣ ਲੱਗੇ ਜਿਹੜਾ ਮਨ ਨੂੰ ਆਨੰਦ ਬਣਿਆ ਹੈ, ਉਹ ਬਣਿਆ ਹੀ ਰਹਿਣਾ ਹੈ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਤ ਪ੍ਰਭ ਚਿਤ ਆਏ। ਇਹ ਸੰਗਤ ਗੁਰਮੁਖੋ ਇਹੋ ਜੀ ਹੈ, ਇੱਥੇ ਆ ਕੇ ਪ੍ਰਮਾਤਮਾ ਚੇਤੇ ਆਉਂਦਾ ਹੈ, ਯਾਦ ਆਉਂਦਾ ਹੈ। ਕਿਉਂਕਿ ਸੰਗਤ ਵਿੱਚ ਇਹ ਬਚਨ ਕੀਤਾ ਜਾਂਦਾ ਹੈ ਕਿ ਨਾਮ ਜਪਣਾ ਹੈ, ਨਾਮ ਜਪਣਾ ਚਾਹੀਦਾ ਹੈ। ਪਤਾ ਨਹੀਂ ਕਿੰਨੀਆਂ ਭਾਗਾਂ ਵਾਲੀਆਂ ਰੂਹਾਂ, ਭਾਗਾਂ ਵਾਲੇ ਸਰੀਰ ਸੰਗਤ ਵਿੱਚ ਬੈਠੇ ਨੇ, ਜਿਨ੍ਹਾਂ ਦੀ ਬੜੀ ਬੜੀ ਕਮਾਈ ਹੈ, ਬੜਾ ਬੜਾ ਨਿਤਨੇਮ ਹੈ, ਅਤੇ ਉਹ ਵੀ ਬੈਠਾ ਹੈ ਜਿਹਦਾ ਨਿਤਨੇਮ ਬਿਲਕੁਲ ਘੱਟ ਹੈ ਜਾਂ ਨਾ ਮਾਤਰ ਹੀ ਹੈ। ਪਰ ਐਸੇ ਭਲੇ ਪੁਰਸ਼ਾਂ ਦੀ ਸੰਗਤ ਕਰਕੇ ਮਨ ਵਿੱਚ ਹੋਰ ਉਤਸ਼ਾਹ ਪੈਦਾ ਹੁੰਦਾ ਹੈ, ਹੋਰ ਆਨੰਦ ਪੈਦਾ ਹੁੰਦਾ ਹੈ, ਜਿਸ ਕਰਕੇ ਮਨੁੱਖ ਆਪ ਵੀ ਉਹਨਾਂ ਵਰਗਾ ਬਣਨ ਦਾ ਯਤਨ ਕਰਦਾ ਹੈ। ਸਤਿਗੁਰੂ ਕਹਿਣ ਲੱਗੇ, ਜਿਤ ਪ੍ਰਭ ਚਿਤ ਆਏ। ਇਹ ਸੰਗਤ ਬੜੀ ਵੱਡੀ ਹੈ ਭਾਈ, ਜਿੱਥੇ ਆ ਕੇ ਪ੍ਰਮਾਤਮਾ ਚੇਤੇ ਆਉਂਦਾ ਹੈ, ਜਿੱਥੇ ਉਸ ਨੂੰ ਯਾਦ ਕੀਤਾ ਜਾਂਦਾ ਹੈ। ਜਲ ਜਾਓ ਇਹੋ ਬੜਪਣਾ, ਮਾਇਆ ਲਪਟਾਏ। ਸਤਿਗੁਰੂ ਕਹਿਣ ਲੱਗੇ, ਇਹ ਜਿਹੜਾ ਵੱਡਾਪਣਾ ਹੈ ਕਿ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ, ਨਾ ਮੇਰੇ ਵਰਗਾ ਵੱਡਾ ਕਿਸੇ ਦਾ ਕੱਦ ਕਾਠ, ਨਾ ਮੇਰੇ ਵਰਗਾ ਵੱਡਾ ਕਿਸੇ ਦਾ ਸਰੀਰ, ਨਾ ਮੇਰੇ ਵਰਗੀ ਵੱਡੀ ਕਿਸੇ ਦੀ ਜਾਣ ਪਛਾਣ, ਨਾ ਮੇਰੇ ਵਰਗਾ ਵੱਡਾ ਕਿਸੇ ਕੋਲ ਧਨ, ਨਾ ਮੇਰੇ ਵਰਗਾ ਵੱਡਾ ਕਿਸੇ ਕੋਲ ਆਉਣ ਵਾਲਾ ਵਹੀਕਲ ਜਿਹੜਾ ਗੱਡੀ ਮੋਟਰ ਹੈ, ਨਾ ਮੇਰੇ ਵਰਗਾ ਵੱਡਾ ਕਿਸੇ ਕੋਲ ਘਰ ਹੈ। ਇਹ ਜਿਹੜਾ ਵੱਡਪਣਾ ਹੈ ਵੀ ਮੇਰੇ ਵਰਗਾ ਕਿਸੇ ਕੋਲ ਨਹੀਂ ਹੈ, ਮੈਂ ਹੀ ਹਾਂ ਸਭ ਤੋਂ ਵੱਡੀ ਵਸਤੂ, ਮੇਰੇ ਕੋਲ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹੋ ਜਿਹਾ ਵੱਡਾ ਖਵਾਉਣਾ ਇਹ ਤੇ ਜਲ ਹੀ ਜਾਵੇ, ਇਹ ਤੇ ਮੁੱਕ ਹੀ ਜਾਵੇ ਮਨ ਦੇ ਵਿੱਚੋਂ। ਐਸੀ ਕਦੇ ਵਿਚਾਰ ਆਵੇ ਹੀ ਨਾ ਜਿਸ ਨੂੰ ਵਿਚਾਰਨ ਕਰਕੇ ਪ੍ਰਮਾਤਮਾ ਭੁੱਲ ਜਾਵੇ। ਮਹਾਰਾਜ ਕਹਿਣ ਲੱਗੇ, ਸਿਮਲ ਦੁਖ ਸਰਾਇਰਾ ਆਤ ਦੀਰਘ ਆਤ ਮੁਚ, ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿਕੇ ਫੁੱਲ ਬਾਕ ਬਕੇ ਕੰਮ ਨਾ ਆਵੇ ਪਤ, ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਿਮਲ ਦਾ ਰੁੱਖ ਸਭ ਤੋਂ ਲੰਮਾ ਮੰਨਿਆ ਜਾਂਦਾ, ਉਹਨੂੰ ਲੰਮੇ ਹੋਣ ਦਾ ਹੀ ਮਾਣ ਹੈ ਕਿ ਮੇਰੇ ਵਰਗਾ ਲੰਮਾ, ਮੇਰੇ ਵਰਗਾ ਕਾਦੀ ਕਿਸੇ ਦਾ ਨਹੀਂ, ਮੈਂ ਆ ਲੰਮਾ ਵੱਡਾ ਤੇ ਉੱਚਾ। ਤੇ ਪਾਤਸ਼ਾਹ ਕਹਿਣ ਲੱਗੇ, ਸਿਮਲ ਰੁੱਖ ਸਰਾਇਰਾ ਆਤ ਦੀਰਘ ਆਤ ਮੁਚ, ਬੜਾ ਵੱਡਾ ਹੈ,
ਓਏ ਜੇ ਆਵੈ ਆਸ ਕਰ। ਪੰਛੀ ਵਿਚਾਰਾ ਚੱਲ ਪਿਆ ਆਸਾ ਰੱਖ ਕੇ ਵੀ ਚਲੋ ਆ ਉੱਚਾ ਰੁੱਖ ਹੈ, ਜਾ ਕੇ ਛਾਂ ਲੈਂਦੇ ਆ, ਫਲ ਖਾਵਾਂਗੇ। ਓਏ ਜੇ ਆਵੈ ਆਸ ਕਰ, ਜਾਏ ਨਿਰਾਸੇ ਕਿਤ। ਪੰਛੀ ਆਉਂਦੇ, ਰਾਹਗੀਰ ਆਉਂਦੇ, ਪਰ ਕਹਿਣ ਲੱਗੇ ਨਿਰਾਸੇ ਚਲੇ ਜਾਂਦੇ। ਕਿਉਂ ਚਲੇ ਜਾਂਦੇ? ਫਲ ਫਿੱਕੇ, ਫੁੱਲ ਬਕ ਬਕੇ। ਅਤੇ ਇਸੇ ਤਰ੍ਹਾਂ ਉਹਨਾਂ ਦੇ ਫਲ ਜਿਹੜੇ ਨੇ ਉਹ ਫਿੱਕੇ ਨੇ, ਸਵਾਦਿਸ਼ਟ ਨਹੀਂ ਹਨ। ਔਰ ਐਸੇ ਚੀੜੇ ਨੇ ਕਿ ਜੇ ਤੋਤੇ ਵਰਗਾ ਪੰਛੀ ਚੁੰਝ ਵੀ ਵਿੱਚ ਕਿਤੇ ਮਾਰ ਦੇਵੇ, ਕਿਉਂਕਿ ਉਹਦੀ ਚੁੰਝ ਮਜ਼ਬੂਤ ਹੈ, ਤਕੜੀ ਹੈ, ਫਲ ਨੂੰ ਪਾੜਨ ਵਾਸਤੇ ਜੇ ਚੁੰਝ ਵੀ ਮਾਰਦਾ ਹੈ, ਵਿਚਾਰੇ ਦੀ ਚੁੰਝ ਵਿੱਚ ਹੀ ਫਸ ਜਾਂਦੀ ਹੈ, ਕੱਢ ਨਹੀਂ ਪਾਉਂਦਾ, ਉਸ ਫਲ ਦੇ ਨਾਲ ਹੀ ਲੜ ਕੇ ਮਰ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਵੀ ਉਹਨੇ ਮਾਣ ਕੀਤਾ ਵੀ ਮੇਰੇ ਵਰਗਾ ਉੱਚਾ ਨਹੀਂ, ਨਾ ਫਲ ਕੰਮਦਾ ਰਿਹਾ, ਨਾ ਫੁੱਲ ਕੰਮਦੇ ਰਹੇ, ਨਾ ਉਹਦੇ ਕੋਲ ਆਉਣ ਵਾਲਾ ਵਿਚਾਰਾ ਜ਼ਿੰਦਗੀ ਮਾਣ ਸਕਿਆ, ਜ਼ਿੰਦਗੀ ਨਸ਼ਟ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦਾ ਮਾਣ ਤੂੰ ਵੀ ਨਾ ਮਨ ਵਿੱਚ ਕਰਿਆ ਕਰ। ਜੇ ਕਰੇਗਾ ਤੇ ਤੇਰੀ ਹਾਲਤ ਉਹ ਸਿੰਮਲ ਵਰਗੀ ਖਾਲੀ ਰਹਿ ਜਾਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਲ ਜਾਓ ਇਹੋ ਵੱਡਪਨਾ। ਇਹ ਜਿਹੜਾ ਵੱਡਾਪਣ ਹੈ ਨਾ ਮਨ ਦੇ ਵਿੱਚ ਵੀ ਮੇਰੇ ਵਰਗਾ ਕੋਈ ਹੈ ਨਹੀਂ ਹੈ, ਇਹ ਤੇ ਸਾੜੀ ਜਾਵੇ, ਇਹੋ ਜਿਹਾ ਕਦੇ ਵਿਚਾਰ ਆਵੇ ਹੀ ਨਾ। ਨਿਮਰਤਾ ਹੀ ਨਿਮਰਤਾ ਆ ਜਾਵੇ, ਨਿਮਰਤਾ ਆਵੇਗੀ ਸਾਰੀਆਂ ਦਾਤਾਂ ਪ੍ਰਾਪਤ ਕਰ ਲਵੇਂਗਾ। ਮਾਨ ਆਵੇਗਾ ਤੇ ਖਾਲੀ ਰਹਿ ਜਾਵੇਗਾ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਸਿੱਧ ਪੁਰਸ਼ ਬੈਠੇ ਨਾ ਆ ਕੇ ਬਚਨ ਬਿਲਾਸ ਕੀਤੇ। ਬਚਨ ਬਿਲਾਸ ਕਰਦਿਆਂ ਚਾਹੁੰਦੇ ਨੇ ਮਹਾਰਾਜ ਦੀ ਪਰਖ ਕਰਨੀ। ਕਹਿਣ ਲੱਗੇ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਸਾਡਾ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਬੜਾ ਪਿਆਰ ਸੀ, ਬੜਾ ਪ੍ਰੇਮ ਸੀ, ਅਸੀਂ ਬੜੇ ਉਹਨਾਂ ਦੇ ਸ਼ਰਧਾਲੂ ਹਾਂ, ਉਹਨਾਂ ਦਾ ਦਿਦਾਰਾ ਕਰਦੇ ਰਹੇ। ਅੱਜ ਅਸੀਂ ਤੁਹਾਡੇ ਦਿਦਾਰੇ ਕਰਨ ਵਾਸਤੇ ਆਏ ਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਤਾ ਗੱਦੀ ਦੇ ਉੱਪਰ ਜੋ ਬੈਠੇ ਨੇ ਉਹਨਾਂ ਦੇ ਜਾ ਕੇ ਦਰਸ਼ਨ ਕਰੀਏ, ਤਾਂ ਤੁਹਾਡੇ ਕੋਲ ਆਏ ਹਾਂ। ਮਹਾਰਾਜ ਨੇ ਬੜਾ ਸਤਿਕਾਰ ਮਾਣ ਬਖਸ਼ਿਸ਼ ਕੀਤਾ। ਸਿੱਧਾ ਨੇ ਬਚਨ ਕੀਤਾ, ਕਹਿਣ ਲੱਗੇ ਸਤਿਗੁਰੂ ਜੇ ਆਪ ਜੀ ਨੂੰ ਕੁਝ ਚਾਹੀਦਾ ਹੋਵੇ ਤੇ ਸਾਨੂੰ ਦੱਸੋ, ਅਸੀਂ ਦੇ ਦਿੰਦੇ ਹਾਂ। ਜਦੋਂ ਇਹ ਬਚਨ ਕੀਤਾ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਾਂ ਸਾਨੂੰ ਚਾਹੀਦਾ ਹੈ, ਜੋ ਸਾਨੂੰ ਚਾਹੀਦਾ ਤੁਸੀਂ ਦੇ ਸਕਦੇ ਹੋ। ਸਿੱਧ ਸੁਣ ਕੇ ਬਚਨ ਬੜੇ ਖੁਸ਼ ਹੋਏ ਕਿ ਮਹਾਰਾਜ ਹੁਣ ਕੋਈ ਦੁਨਿਆਵੀ ਪਦਾਰਥ ਮੰਗਣ ਲੱਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਤੇ ਅਸੀਂ ਜਿੱਤ ਨਹੀਂ ਸਕੇ, ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ ਹਾਂ, ਪਰ ਇਹ ਹੁਣ ਕੋਈ ਪਦਾਰਥ ਮੰਗਣਗੇ ਅਸੀਂ ਦੇਵਾਂਗੇ ਔਰ ਆਪਣੇ ਆਪ ਨੂੰ ਵੱਡਾ ਖਵਾਵਾਂਗੇ। ਬੜੇ ਖੁਸ਼ ਹੋ ਕੇ ਮਨ ਵਿੱਚ ਆਖਿਆ, ਕਹਿਣ ਲੱਗੇ ਮੰਗੋ ਕੀ ਚਾਹੀਦਾ ਹੈ। ਤੇ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਪੱਲਾ ਅੱਡ ਕੇ ਬਚਨ ਆਖਿਆ, ਕਹਿਣ ਲੱਗੇ ਜੇ ਕੁਝ ਦੇਣਾ ਚਾਹੁੰਦੇ ਹੋ ਨਾ ਤੇ ਸਾਡੀ ਇਸ ਝੋਲੀ ਵਿੱਚ ਗਰੀਬੀ ਬਖਸ਼ਿਸ਼ ਕਰ ਦਿਓ, ਨਿਮਰਤਾ ਬਖਸ਼ਿਸ਼ ਕਰ ਦਿਓ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜੇ ਦੇਣੀ ਚਾਹੁੰਦੇ ਹੋ ਦਾਤ ਤੇ ਇਹ ਦਾਤ ਦਿਓ। ਜਦੋਂ ਇਹ ਬਚਨ ਸੁਣਿਆ ਨਾ ਮਹਾਰਾਜ ਦੇ ਮੁਖੋਂ, ਸਿੱਧਾਂ ਦੀਆਂ ਨੀਵੀਆਂ ਪੈ ਗਈਆਂ। ਕਹਿਣ ਲੱਗੇ ਮਹਾਰਾਜ ਅਸਲ ਬਚਨ ਇਹ ਹੈ ਵੀ ਅਸੀਂ ਤੁਹਾਡੀ ਪਰਖ ਕਰਨ ਵਾਸਤੇ ਆਏ, ਪਰ ਤੁਹਾਡੀ ਪਰਖ ਅਸੀਂ ਕੀ ਕਰਨੀ ਹੈ? ਅਸੀਂ ਤੇ ਜਾਣਿਆ ਵੀ ਤੁਹਾਡੇ ਮਨ ਵਿੱਚ ਕਿਸੇ ਸੰਸਾਰੀ ਪਦਾਰਥ ਦੀ ਇੱਛਾ ਹੋਵੇਗੀ, ਕੋਈ ਲਾਲਚ ਹੋਵੇਗਾ, ਪਰ ਜਿਹੜੀ ਵਸਤੂ ਤੁਸੀਂ ਸਾਡੇ ਕੋਲੋਂ ਮੰਗੀ ਹੈ ਨਾ ਉਹ ਸਾਡੇ ਕੋਲ ਨਹੀਂ, ਉਹ ਵਸਤੂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲ ਸੀ, ਉਹਨਾਂ ਨੇ ਉਹ ਤੁਹਾਨੂੰ ਬਖਸ਼ਿਸ਼ ਕੀਤੀ ਹੈ। ਤਾਂ ਤੁਸੀਂ ਇਸ ਗੁਰਤਾ ਗੱਦੀ ਦੇ ਕਾਬਲ ਬਣੇ ਹੋ, ਯੋਗ ਬਣੇ ਹੋ, ਤਾਂ ਤੁਸੀਂ ਇੱਥੇ ਬਿਰਾਜੇ ਹੋ। ਸਾਡੇ ਕੋਲ ਇਹ ਵਸਤੂ ਨਹੀਂ ਹੈ। ਬਚਨ ਇਹ ਹੈ ਉਹਨਾਂ ਗੁਰਮੁਖਾਂ ਦੀ ਨਿਮਰਤਾ। ਐਸੀ ਦਾਤ ਸਾਰੀਆਂ ਹੀ ਕੋਲ ਨੇ, ਜੋ ਚਾਹਣ ਉਹ ਕਰ ਸਕਦੇ ਇੱਕ ਛਿਣ ਦੇ ਵਿੱਚ ਹੀ, ਪਰ ਮਹਾਰਾਜ ਦੀ ਨਿਮਰਤਾ ਵੀ ਇਹੋ ਜਿਹੀ ਹੈ ਕਿ ਫਿਰ ਨਿਮਰਤਾ ਦਾ ਜਦੋਂ ਬਚਨ ਕਰਦੇ ਨਾ ਉਦੋਂ ਸੁਣਨ ਵਾਲਾ ਵੀ ਹੈਰਾਨ ਹੋ ਜਾਂਦਾ ਹੈ। ਆਪਾਂ ਇਤਿਹਾਸ ਵਿੱਚ ਇਹ ਵੀ ਬਚਨ ਸਰਵਣ ਕਰਦੇ ਨਾ, ਨਗਰ ਦੇ ਲੋਕਾਂ ਨੇ ਆਖਿਆ ਮਹਾਰਾਜ ਫਲਾਣਾ ਤਪਾ ਮੀਂਹ ਪਵਾਉਂਦਾ ਪਿਆ ਹੈ, ਆਪ ਜੀ ਮੀਂਹ ਪਵਾ ਦਿਓ, ਨਹੀਂ ਤੇ ਤਪਾ ਕਹਿੰਦਾ ਮੈਂ ਪਵਾ ਦਿਆਂਗਾ ਪਰ ਤੁਹਾਨੂੰ ਨਗਰ ਛੱਡਣਾ ਪਵੇਗਾ। ਤੇ ਗੁਰਮੁਖੋ ਆਪਣੇ ਕੋਲ ਥੋੜੀ ਜਿਹੀ ਕਿਤੇ ਤਾਕਤ ਆ ਜਾਵੇ ਨਾ, ਮਾੜੀ ਜਿਹੀ ਕੁਰਸੀ ਮਿਲ ਜਾਵੇ, ਉਹ ਵੀ ਪੱਕੀ ਨਹੀਂ ਮਿਲੀ ਹੈ ਕੁਝ ਸਮੇਂ ਵਾਸਤੇ, ਪਰ ਮਾਣ ਇੰਨਾ ਹੁੰਦਾ ਵੀ ਮੈਂ ਹੀ ਹਾਂ ਜੋ ਕੁਝ ਕਰ ਸਕਦਾ। ਤੇ ਮਨੁੱਖ ਆਪਣੀ ਪਹੁੰਚ ਨੂੰ ਵਰਤਦਾ ਹੈ, ਪਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਬੜੇ ਸਮਰੱਥ, ਜੋ ਚਾਹਣ ਉਹ ਕਰ ਸਕਦੇ। ਜਦੋਂ ਇਹ ਬਚਨ ਆਖਿਆ, ਕਹਿਣ ਲੱਗੇ ਕੋਈ ਗੱਲ ਨਹੀਂ ਭਾਈ,
ਜੇ ਤੁਸੀਂ ਆਖਦੇ ਹੋ ਅਸੀਂ ਨਗਰ ਛੱਡ ਕੇ ਚਲੇ ਜਾਂਦੇ ਹਾਂ, ਸਾਡਾ ਪਲੰਘਾ ਚੁੱਕ ਲਓ, ਜਿੱਥੇ ਤੁਹਾਡਾ ਜੀ ਕਰਦਾ ਉੱਥੇ ਪਲੰਘਾ ਛੱਡ ਦਿਓ, ਅਸੀਂ ਜਾਣ ਵਾਸਤੇ ਤਿਆਰ ਹਾਂ। ਸਾਰੀ ਸ੍ਰਿਸ਼ਟੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਗੁਰਮੁਖੋ ਇਹ ਤੇ ਇੱਕ ਨਰਾਦਰੀ ਵਾਲਾ ਬਚਨ ਹੋਇਆ ਨਾ, ਵੀ ਇੱਕ ਨਗਰ ਵਿੱਚ ਵਸਣ ਵਾਲੇ ਨੂੰ ਨਗਰ ਵਿੱਚੋਂ ਕੱਢਿਆ ਜਾਵੇ। ਸਤਿਕਾਰ ਵਾਲਾ ਬਚਨ ਨਹੀਂ ਹੈ। ਦੁਨਿਆਵੀ ਲੋਕ ਇਹਦੇ ਵਿੱਚ ਨਰਾਦਰ ਕਰਨਾ ਚਾਹੁੰਦੇ ਵੀ ਮਹਾਰਾਜ ਨੂੰ ਕੱਢ ਦਿੱਤਾ ਹੈ, ਤੇ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਭ ਕੁਝ ਹੁੰਦਿਆਂ ਹੋਇਆਂ ਸਮਰੱਥ ਵੀ ਨੇ, ਔਰ ਨਿਮਰਤਾ ਵੀ ਬੜੀ ਹੈ ਮਹਾਰਾਜ ਦੇ ਵਿੱਚ। ਨਗਰ ਵਿੱਚੋਂ ਸਤਿਗੁਰਾਂ ਨੂੰ ਕੱਢ ਕੇ ਬਾਹਰ ਛੱਡਿਆ ਗਿਆ। ਪਰ ਆਪਾਂ ਇਹ ਇਤਿਹਾਸ ਸਰਵਣ ਕੀਤਾ ਵੀ ਉਹ ਤਪਾ ਮੀਂਹ ਕੋਈ ਨਾ ਪਵਾ ਸਕਿਆ, ਯਤਨ ਬੜੇ ਕੀਤੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਏ, ਪੁੱਛਿਆ ਸਤਿਗੁਰੂ ਕਿੱਥੇ ਨੇ? ਤੇ ਨਗਰ ਦੇ ਲੋਕਾਂ ਨੇ ਦੱਸਿਆ ਵੀ ਉਹ ਤੇ ਅਸੀਂ ਬਾਹਰ ਮੰਜਾ ਉਹਨਾਂ ਦਾ ਪਲੰਘਾ ਚੁੱਕ ਕੇ ਛੱਡ ਆਏ। ਪੁੱਛਿਆ ਕਿਉਂ? ਕਹਿਣ ਲੱਗੇ ਜੀ ਮੀਂਹ ਦੀ ਬੜੀ ਲੋੜ ਹੈ। ਤਪਾ ਆਖਦਾ ਮੈਂ ਮੀਂਹ ਪਵਾਵਾਂਗਾ, ਪਰ ਗੁਰੂ ਨੂੰ ਇੱਥੋਂ ਬਾਹਰ ਜਾਣਾ ਪਵੇਗਾ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਮੀਂਹ ਪੈ ਗਿਆ? ਫਿਰ ਕਹਿੰਦੇ ਨਹੀਂ ਪਿਆ ਨਹੀਂ ਜੀ, ਜੋਗੀ ਬੈਠਾ ਹੋਇਆ ਆਪਣੇ ਕਮਰੇ ਦੇ ਵਿੱਚ, ਕੁਟੀਆ ਵਿੱਚ ਬੈਠ ਕੇ ਬੜਾ ਉਹ ਤਪ ਕਰਦਾ ਪਿਆ ਹੈ, ਪਰ ਮੀਂਹ ਪਿਆ ਕੋਈ ਨਹੀਂ ਹੈ। ਬੜੇ ਵਿਰਾਗ ਦੇ ਵਿੱਚ ਆਏ ਧੰਨ ਗੁਰੂ ਅਮਰਦਾਸ ਪਾਤਸ਼ਾਹ, ਕਹਿਣ ਲੱਗੇ ਭਾਈ ਇਹ ਬੜਾ ਵੱਡਾ ਪਾਪ ਗੁਨਾਹ ਕੀਤਾ ਹੈ, ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦਾ ਤੁਸੀਂ ਇਸ ਤਰ੍ਹਾਂ ਨਿਰਾਦਰ ਕਿਉਂ ਕਰਨਾ ਹੈ? ਇਹ ਤੇ ਕੋਈ ਵੱਡੀ ਗੱਲ ਹੀ ਨਹੀਂ ਹੈ। ਮਹਾਰਾਜ ਕਿਰਪਾ ਕਰਨ, ਇਹ ਤੇ ਉਹਨਾਂ ਦੇ ਸੇਵਕਾਂ ਕੋਲ ਇਹੋ ਜਿਹੀਆਂ ਦਾਤਾਂ ਹੈਗੀਆਂ। ਸਤਿਗੁਰੂ ਤੇ ਸਮਰੱਥ ਨੇ, ਪਰ ਫਿਰ ਵੀ ਜੇ ਤੁਸੀਂ ਇਹ ਇੱਛਾ ਰੱਖ ਕੇ ਕਰਮ ਕੀਤਾ, ਜਾਓ ਉਸ ਜੋਗੀ ਨੂੰ ਜਾ ਕੇ, ਤਪੇ ਨੂੰ ਜਾ ਕੇ ਸਜ਼ਾ ਦਿਓ। ਸਜ਼ਾ ਦੇਵੋਗੇ ਤੇ ਜਿਹੜੀ ਇੱਛਾ ਮਨ ਵਿੱਚ ਰੱਖੀ ਆ ਪੂਰੀ ਹੋਵੇਗੀ। ਹੁਣ ਯਕੋ ਤੱਕੀ ਹੁੰਦੇ ਪਏ ਵੀ ਜਾਈਏ ਕਿ ਨਾ ਜਾਈਏ, ਇਹਨਾਂ ਦੇ ਬਚਨ ਮੰਨ ਕੇ ਚਲੇ ਜਾਈਏ, ਅੱਗੋਂ ਕਾਰਜ ਹੀ ਪੂਰਾ ਨਾ ਹੋਵੇ। ਤੇ ਸਤਿਗੁਰਾਂ ਨੇ ਆਖਿਆ ਜੇ ਯਕੀਨ ਨਹੀਂ ਆਉਂਦਾ ਤੇ ਤੁਹਾਨੂੰ ਯਕੀਨ ਕਰਵਾ ਦਿੰਦੇ ਆ। ਜਦੋਂ ਇਕੱਠੇ ਹੋ ਕੇ ਜਾਓਗੇ ਨਾ ਤਪੇ ਦੇ ਵੱਲ ਨੂੰ, ਤੇ ਤੁਹਾਨੂੰ ਬੱਦਲ ਉਸ ਵੇਲੇ, ਬੱਦਲਾਂ ਦੇ ਗਰਜਣ ਦੀ ਆਵਾਜ਼, ਬੱਦਲਾਂ ਦੇ ਆਉਣ ਦੀ ਆਵਾਜ਼ ਤੁਹਾਨੂੰ ਦਿਸ ਪਵੇਗੀ। ਜੇ ਤੁਹਾਨੂੰ ਇਹ ਦਿਸ ਪਵੇ ਫਿਰ ਸਮਝੋ ਵੀ ਬਚਨ ਪੂਰਾ ਹੋਣ ਦੇ ਨੇੜੇ ਹੀ ਹੈ, ਤੇ ਫਿਰ ਅਗਲੀ ਕਾਰਵਾਈ ਕਰਿਓ। ਜੇ ਨਾ ਹੋਵੇਗਾ ਤੇ ਫਿਰ ਤਪੇ ਨਾਲ ਤੁਸੀਂ ਨਹੀਂ ਵਿਗਾੜਨਾ ਚਾਹੁੰਦੇ ਤੇ ਵਾਪਸ ਆ ਜਾਇਓ। ਤੇ ਗੁਰਮੁਖੋ ਜਦੋਂ ਗਏ ਨਾ ਸਾਰੇ ਜਾਣੇ ਚੜ੍ਹ ਕੇ, ਅਜੇ ਕੁਟੀਆ ਦੇ ਕੋਲ ਉੱਥੇ ਪਹੁੰਚੇ ਜਿੱਥੇ ਤਪਾ ਕਿਤੇ ਰਹਿੰਦਾ, ਕਹਿਣ ਲੱਗੇ ਬੱਦਲਾਂ ਦੇ ਗਰਜਣ ਦੀ ਆਵਾਜ਼ ਉਸ ਵੇਲੇ ਸੁਣਾਈ ਦਿੱਤੀ ਹੈ। ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਜਿਹੜੀ ਨਿਸ਼ਾਨੀ ਦਿੱਤੀ ਹੈ ਉਹ ਪੂਰੀ ਹੋਈ ਹੈ। ਦਰਵਾਜ਼ਾ ਖੜਕਾਇਆ ਹੈ, ਤਪਾ ਨਿਕਲਿਆ ਨਹੀਂ, ਦਰਵਾਜ਼ਾ ਖੋਲ੍ਹਿਆ ਕਿਉਂ ਨਹੀਂ? ਦਰਵਾਜ਼ੇ ਨੂੰ ਤੋੜਨ ਦਾ, ਪੱਟਣ ਦਾ ਯਤਨ ਕੀਤਾ ਤੇ ਇੰਨੇ ਚਿਰ ਨੂੰ ਕਾਲੀਆਂ ਘਟਾ ਚੜ ਗਈਆਂ। ਇਸ ਤਰ੍ਹਾਂ ਲੱਗਦਾ ਵੀ ਹੁਣ ਹੁਣੇ ਹੀ ਮੀਂਹ ਪਵੇਗਾ। ਤਪੇ ਨੂੰ ਖਿੱਚ ਕੇ ਬਾਹਰ ਕੱਢਿਆ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਆਉਂਦਾ ਜਾਂਦਾ ਹੈ ਕਿ ਜੋ ਇਹ ਕਹਿੰਦੇ ਪਏ ਵਾਕਿਆ ਉਸੇ ਤਰ੍ਹਾਂ ਹੁੰਦਾ ਪਿਆ ਹੈ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਦੇ ਮੁਖੋਂ ਬਚਨ ਨਿਕਲ ਗਿਆ, ਕਹਿਣ ਲੱਗੇ ਭਾਈ ਜਿਹੜੇ ਵੀ ਖੇਤ ਵਿੱਚ ਇਹਨੂੰ ਲੈ ਕੇ ਜਾਓਗੇ ਨਾ ਤਪੇ ਨੂੰ, ਉੱਥੇ ਜਲ ਥਲੀ ਹੋ ਜਾਏਗੀ, ਬੇਅੰਤ ਮੀਂਹ ਪਵੇਗਾ। ਹੁਣ ਹਰੇਕ ਬੰਦਾ ਚਾਹੁੰਦਾ ਵੀ ਮੇਰੇ ਖੇਤ ਵਿੱਚ ਪਏ। ਤਪੇ ਨੂੰ ਖਿੱਚ ਕੇ ਕੋਈ ਇੱਧਰ ਨੂੰ ਲਈ ਜਾਂਦਾ, ਕੋਈ ਉੱਧਰ ਨੂੰ ਲਈ ਜਾਂਦਾ ਹੈ। ਜਿੱਧਰ ਨੂੰ ਲੈ ਕੇ ਜਾਂਦੇ, ਜਿਹੜਾ ਕੱਲ ਸਤਿਕਾਰਯੋਗ ਬਣਿਆ ਹੋਇਆ ਸੀ, ਜਿਹੜਾ ਕਹਿੰਦਾ ਸੀ ਵੀ ਗੁਰੂ ਨੂੰ ਇੱਥੋਂ ਬਾਹਰ ਕੱਢ ਦਿਓ ਤੇ ਮੈਂ ਇਸ ਤਰ੍ਹਾਂ ਕਰ ਦਿਆਂਗਾ, ਅੱਜ ਲੋੜ ਪੈਣ ਤੇ ਉਸੇ ਸਤਿਕਾਰਯੋਗ ਨੂੰ ਖਿੱਚੀ ਫਿਰਦੇ ਆਪਣੇ ਮਤਲਬ ਵਾਸਤੇ, ਕਿਉਂਕਿ ਦੁਨੀਆ ਮਤਲਬ ਦੀ ਹੈ ਨਾ। ਜਦੋਂ ਖਿੱਚਿਆ, ਕੁਝ ਖੇਤਾਂ ਵਿੱਚ ਮੀਂਹ ਪਿਆ, ਬਾਕੀ ਕਿਸਾਨ ਫਿਰ ਆਏ ਮਹਾਰਾਜ ਦੇ ਕੋਲ, ਸਤਿਗੁਰੂ ਖੇਤ ਬੜੇ ਨੇ, ਪਾਣੀ ਦੀ ਬੜੀ ਦੀ ਲੋੜ ਹੈ, ਕਿੱਧਰ ਕਿੱਧਰ ਲੈ ਕੇ ਜਾਈਏ? ਦੂਜਾ ਬਚਨ ਮੁਖੋਂ ਨਿਕਲ ਗਿਆ, ਕਹਿਣ ਲੱਗੇ ਇਹਦਾ ਕਿਤੇ ਵੀ ਅੰਗ ਚਲਾ ਗਿਆ ਨਾ, ਜਿਹਦੇ ਵੀ ਖੇਤ ਵਿੱਚ ਇਹਦਾ ਅੰਗ ਹੀ ਚਲਾ ਗਿਆ ਸਰੀਰ ਦਾ, ਉੱਥੇ ਵੀ ਭਾਈ ਭਾਰੀ ਮੀਂਹ ਪੈ ਜਾਵੇਗਾ। ਉਸੇ ਵੇਲੇ ਇਹਦੇ ਸਰੀਰ ਦੀ ਇੱਕ ਲੱਤ ਬਾਂਹ, ਜਿਹਦੇ ਜੋ ਵੀ ਹੱਥੀਂ ਆਇਆ, ਆਪੋ ਆਪਣੇ ਖੇਤਾਂ ਨੂੰ ਲੈ ਕੇ ਦੌੜ ਗਏ। ਅਤੇ ਐਸੀ ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਇਹ ਤਪੇ ਨੂੰ ਸਜ਼ਾ ਦਿੱਤੀ। ਜਦੋਂ ਇਹ ਕਾਰਜ ਕਰਕੇ ਮਹਾਰਾਜ ਦੇ ਕੋਲ ਪਹੁੰਚੇ, ਸਤਿਗੁਰਾਂ ਨੇ ਪਿੱਠ ਕਰ ਲਈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ ਸਤਿਗੁਰੂ ਕੀ ਕਾਰਨ ਹੈ? ਤੇ ਮਹਾਰਾਜ ਨੇ ਦੱਸਿਆ, ਕਹਿਣ ਲੱਗੇ ਜੋ ਤੁਸੀਂ ਕਰਕੇ ਆਏ ਹੋ ਨਾ, ਇਹ ਨਹੀਂ ਸੀ ਕਰਨਾ ਚਾਹੀਦਾ। ਕਹਿਣ ਤੋਂ ਭਾਵ ਇਹ ਹੈ ਵੀ ਐਸੀ ਨਿਮਰਤਾ ਹੈ ਸਾਰਾ ਕੁਝ ਹੀ ਕੋਲ, ਸਮਰੱਥ ਨੇ। ਜੇ ਉਹਨਾਂ ਦੇ ਸੇਵਕ ਇਹ ਕੰਮ ਕਰ ਸਕਦੇ, ਆਪ ਕਿਉਂ ਨਹੀਂ ਕਰ ਸਕਦੇ? ਆਪ ਵੀ ਕਰ ਸਕਦੇ, ਪਰ ਨਿਮਰਤਾ ਉਹਨਾਂ ਦੇ ਵਿੱਚ ਭਰੀ ਹੋਈ ਹੈ, ਗਰੀਬੀ ਉਹਨਾਂ ਦੇ ਵਿੱਚ ਹੈ। ਐਸੀਆਂ ਦਾਤਾਂ ਬਖਸ਼ਿਸ਼ ਕਰਦੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਚਨ ਇਹ ਆ ਭਾਈ,
ਜਿਹੜੇ ਬਾਣੀ ਪੜਨ ਵਾਲੇ, ਨਾਮ ਜਪਣ ਵਾਲੇ ਨੇ, ਉਹਨਾਂ ਵਿੱਚ ਨਿਮਰਤਾ ਹੀ ਨਿਮਰਤਾ ਹੈ। ਤੇ ਜਿਹੜੇ ਬਾਣੀ ਤੋਂ ਖਾਲੀ ਨੇ, ਨਾਮ ਤੋਂ ਖਾਲੀ ਨੇ, ਉਹਨਾਂ ਵਿੱਚ ਮਾਣ ਆ ਜਾਂਦਾ ਹੈ। ਪਰ ਜਿਨ੍ਹਾਂ ਵਿੱਚ ਮਾਣ ਆ ਜਾਂਦਾ ਹੈ ਨਾ, ਇਹ ਮਾਣ ਕਰਨ ਵਾਲਾ ਕਿਤੇ ਪ੍ਰਾਪਤ ਨਹੀਂ ਹੈ। ਜਲ ਜਾਓ ਇਹੋ ਵੱਡਪਨਾ, ਇਹ ਵੱਡਾਪਣ ਤੇ ਸਾੜੀ ਜਾਵੇ, ਮੁੱਕੀ ਜਾਵੇ, ਕਿਉਂਕਿ ਇਹਦੇ ਕਰਕੇ ਮਾਇਆ ਲਪਟਾਏ। ਇਹ ਜਿਹੜੇ ਜੀਵ ਨੇ ਮਾਇਆ ਵਿੱਚ ਲਪਟੇ ਹੋਏ, ਇਹ ਮਾਇਆ ਕਿਸੇ ਨਾ ਕਿਸੇ ਬਹਾਨੇ ਆ ਹੀ ਜਾਂਦੀ ਹੈ। ਮਹਾਰਾਜ ਜੀਆਂ ਦਾ ਬਚਨ, ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਇੱਕ ਪਾਸੇ ਆਖਿਆ ਮੈਂ ਸਭ ਕੁਝ ਛੱਡ ਦਿੱਤਾ, ਮੈਂ ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਰਾਜ ਭਾਗ ਛੱਡ ਦਿੱਤੇ, ਭਰਥਰੀ ਵਰਗੇ ਰਾਜਿਆਂ ਨੇ। ਪਰ ਮਹਾਰਾਜ ਕਹਿਣ ਲੱਗੇ ਛੱਡਿਆ ਤੇ ਸਾਰਾ ਕੁਝ, ਪਰ ਇਹ ਬਚਨ ਨਹੀਂ ਛੱਡਿਆ ਕਿ ਮੈਂ ਛੱਡ ਕੇ ਆਇਆ। ਗੱਲ ਫਿਰ ਉੱਥੇ ਦੀ ਉੱਥੇ ਹੀ ਘੁੰਮ ਕੇ ਆ ਗਈ ਕਿ ਮੈਂ ਛੱਡਿਆ ਹੈ, ਮੈਂ ਫਿਰ ਨਹੀਂ ਮੁੱਕੀ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਇਹ ਜਿਹੜਾ ਵੱਡਾਪਣ ਆਪਣੇ ਆਪ ਨੂੰ ਖਵਾਉਣਾ ਵੀ ਮੇਰੇ ਵਰਗਾ ਕੋਈ ਨਹੀਂ, ਇਹ ਸਾੜੀ ਜਾਵੇ, ਕਿਉਂਕਿ ਇਸ ਕਰਕੇ ਮਨੁੱਖ ਮਾਇਆ ਵਿੱਚ ਚਿੰਬੜਿਆ ਹੋਇਆ ਹੈ ਤੇ ਮਾਇਆ ਇਹਨੂੰ ਚਿੰਬੜੀ ਹੋਈ ਹੈ। ਐਸੀ ਹਾਲਤ ਹੈ। ਪੀਸਨ ਪੀਸ ਓਡ ਕਾਮਰੀ, ਸੁਖ ਮਨ ਸੰਤੋਖ ਆਏ। ਬਖਸ਼ਿਸ਼ ਕਰਦੇ, ਪੀਸਨ ਪੀਸ, ਚੱਕੀ ਦੇ ਨਾਲ ਆਟਾ ਪੀ ਕੇ, ਆਪ ਹੱਥਾਂ ਦੇ ਨਾਲ ਸੇਵਾ ਕਰਦਿਆਂ ਹੋਇਆਂ, ਆਪ ਚੱਕੀ ਦੇ ਨਾਲ ਆਟਾ ਪੀਸ ਕੇ ਉਹਦੇ ਪ੍ਰਸ਼ਾਦੇ ਬਣਾਉਣੇ, ਪ੍ਰਸ਼ਾਦੇ ਬਣਾ ਕੇ ਛਕਾਉਣੇ, ਸੇਵਾ ਕਰਨੀ। ਅਸੀਂ ਇਸੇ ਤਰ੍ਹਾਂ ਓਡ ਕਾਮਰੀ, ਕਾਮਰੀ ਨਾਮ ਕੰਬਲੀ, ਇਹ ਜਿਹੜਾ ਸਿੱਖ ਹੈ ਸਾਡਾ, ਇਹਦੇ ਕੋਲ ਪਾਟੀ ਪੁਰਾਣੀ ਕੰਬਲੀ ਹੈ ਜਿਹੜੀ ਉੱਪਰ ਲੈਂਦੀ ਹੈ। ਹੁਣ ਇਸਨੇ ਵਿਛਾਈ ਹੋਈ ਹੈ ਬੈਠਣ ਵਾਸਤੇ, ਆਪ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਮਨ ਨੂੰ ਇਹਦੇ ਨਾਲ ਸੰਤੋਖ ਰਹਿੰਦਾ ਹੈ, ਸੰਤੋਖ ਮਿਲਿਆ ਰਹਿੰਦਾ ਹੈ, ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਦੁਨਿਆਵੀ ਪਦਾਰਥਾਂ ਦੇ ਨਾਲ ਸੰਤੋਖ ਨਹੀਂ ਆਉਂਦਾ ਹੈ, ਨਾ ਚੈਨ ਆਉਂਦਾ ਹੈ, ਨਾ ਸ਼ਾਂਤੀ ਆਉਂਦੀ ਹੈ, ਸਗੋਂ ਮਨ ਭਟਕਦਾ ਹੀ ਹੈ। ਵੱਡੇ ਵੱਡੇ ਦੁਨੀਆ ਦੇ ਲੋਕ ਭਟਕਦੇ ਹੀ ਵੇਖੇ ਸੰਸਾਰ ਦੇ ਲੋਕਾਂ ਨੇ, ਪਰ ਸੰਤੋਖ ਉਹਨੂੰ ਹੈ, ਚੈਨ ਉਹਨੂੰ ਹੈ ਜਿਹਦੇ ਕੋਲ ਸੇਵਾ ਹੈ, ਜਿਹਦੇ ਕੋਲ ਸਿਮਰਨ ਹੈ। ਐਸੋ ਰਾਜ ਨ ਕਿਤੇ ਕਾਜ, ਜਿਤ ਨਹਿ ਤ੍ਰਿਪਤਾਏ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਹੈ ਜਿਸ ਕਰਕੇ ਤ੍ਰਿਪਤੀ ਨਾ ਹੋਵੇ, ਜਿਸ ਕਰਕੇ ਰੱਜ ਆਵੇ ਹੀ ਨਾ। ਗੁਰਮੁਖੋ ਕਿਹੜਾ ਰਾਜਾ ਦੁਨੀਆ ਤੇ ਜਿਹਨੇ ਇਹ ਗੱਲ ਕਹੀ ਹੋਵੇ ਕਿ ਮੈਂ ਰੱਜ ਗਿਆ। ਹਰੇਕ ਰਾਜੇ ਨੇ ਆਪਣੀ ਸਰਹੱਦ ਦੇ ਉੱਪਰ ਫੌਜ ਬਿਠਾਈ ਹੋਈ ਹੈ, ਮੌਕਾ ਮਿਲੇਗਾ ਦੂਜੇ ਦਾ ਰਾਜ ਦੱਬ ਲੈਣਾ ਹੈ, ਫਿਰ ਤੀਜੇ ਦਾ ਦੱਬ ਲੈਣਾ ਹੈ, ਅੱਗੇ ਤੋਂ ਅੱਗੇ ਰਾਜ ਨੂੰ ਵਧਾਉਣਾ ਹੈ। ਸੰਤੋਖ ਨਹੀਂ ਨਾ, ਲਾਲਚ ਹੈ। ਮਹਾਨ ਸਿਕੰਦਰ ਵਰਗੇ ਤੁਰ ਪਏ ਆਪਣੇ ਘਰ ਤੋਂ, ਮੈਂ ਦੁਨੀਆ ਜਿੱਤ ਕੇ ਆਵਾਂਗਾ, ਪਰ ਕਹਿਣ ਲੱਗੇ ਦੁਨੀਆ ਜਿੱਤਣ ਦੀ ਇੱਛਾ ਰੱਖ ਕੇ ਮਰ ਗਿਆ। ਦੁਨੀਆ ਤੇ ਨਹੀਂ ਜਿੱਤੀ ਗਈ ਹੈ, ਪਰ ਮਨ ਵਿੱਚ ਤ੍ਰਿਪਤੀ ਕੋਈ ਨਹੀਂ, ਸੰਤੋਖ ਕੋਈ ਨਹੀਂ ਹੈ। ਇਹ ਆਪਾਂ ਕਹਿ ਦਿੰਦੇ ਹਾਂ ਵੀ ਫਲਾਣਾ ਰਾਜਾ ਹੈ, ਰਾਜੇ ਤੋਂ ਭਾਵ ਹੈ ਰੱਜਿਆ ਹੋਇਆ, ਪਰ ਅਸਲ ਵਿੱਚ ਰਾਜਾ ਵੀ ਰੱਜਿਆ ਹੋਇਆ ਨਹੀਂ ਹੈ। ਰਾਜੇ ਦੀ ਸਗੋਂ ਆਮ ਲੋਕਾਂ ਨਾਲੋਂ ਭੁੱਖ ਜ਼ਿਆਦਾ ਹੈ। ਜਿਵੇਂ ਇੱਕ ਨਿੱਕੀ ਜਿਹੀ ਮੱਛੀ ਰਹਿੰਦੀ ਹੈ ਨਾ ਸਮੁੰਦਰ ਦੇ ਵਿੱਚ, ਉਹਦੀ ਖੁਰਾਕ ਬੜੀ ਥੋੜੀ ਹੈ, ਥੋੜਾ ਜਿਹਾ ਕੋਈ ਮਾਸ ਦੀ ਬੋਟੀ ਖਾ ਕੇ ਰੱਜ ਗਈ ਹੈ। ਇੱਕ ਵੱਡਾ ਮਗਰਮੱਛ ਰਹਿੰਦਾ ਹੈ, ਉਹਦੀ ਖੁਰਾਕ ਉਨੀ ਜ਼ਿਆਦਾ ਭੁੱਖ ਹੈ। ਆਪਾਂ ਕਹਿ ਸਕਦੇ ਹਾਂ ਵੀ ਆਮ ਬੰਦੇ ਦੀਆਂ ਲੋੜਾਂ ਤੇ ਹੋ ਸਕਦਾ ਵਿਚਾਰਾਂ ਜਿਹੜੀਆਂ ਥੋੜੀਆਂ ਹੋਣ, ਪਰ ਜਿਹੜਾ ਵੱਡਾ ਹੈ ਨਾ, ਜਿੰਨਾ ਵੱਡਾ ਉਹਦੀ ਭੁੱਖ ਵੀ ਉਨੀ ਹੀ ਵੱਡੀ ਹੈ। ਰਾਜਿਆਂ ਦੀ ਭੁੱਖ ਰਾਜ ਹੜਪਣ ਦੀ ਹੈ ਕਿ ਦੂਜੇ ਰਾਜੇ ਦਾ ਰਾਜ ਮੈਂ ਖੋਹ ਲਵਾਂ, ਇਹਨੂੰ ਕੈਦੀ ਕਰ ਲਵਾਂ, ਇਹਦੇ ਰਾਜ ਤੇ ਕਬਜ਼ਾ ਕਰ ਲਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਦੁਨਿਆਵੀ ਰਾਜ ਤੇ ਭਾਈ ਕਿਸੇ ਕੰਮ ਨਹੀਂ, ਕਿਉਂਕਿ ਇਹਦੇ ਨਾਲ ਤ੍ਰਿਪਤੀ ਨਹੀਂ ਆਉਂਦੀ, ਰੱਜਿਆ ਕੋਈ ਨਹੀਂ ਹੈ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਬਚਨ ਹੈ ਨਾ ਮਹਾਰਾਜ ਜੀ ਦਾ, ਦੁਨੀਆ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਜਿਹੜਾ ਰੱਜ ਕੇ ਜੀਆ ਹੋਵੇ, ਜਿਹਨੇ ਆਖਿਆ ਮੈਨੂੰ ਰੱਜ ਆ ਗਿਆ। ਰੱਬ ਦੇ ਭਗਤਾਂ ਬਿਨਾਂ ਇਹ ਬਚਨ ਕਿਸੇ ਨੇ ਨਹੀਂ ਆਖਿਆ ਹੈ। ਸੰਸਾਰੀ ਲੋਕ ਤ੍ਰਿਸ਼ਨਾ ਵਿੱਚ ਲੱਗੇ ਹਨ। ਨਗਨ ਫਿਰਤ ਰੰਗ ਏਕੈ, ਉਹ ਸੋਭਾ ਪਾਏ। ਬਖਸ਼ਿਸ਼ ਕਰਦੇ ਕਹਿਣ ਲੱਗੇ ਕਿ ਜਿਹੜਾ ਗੁਰਮੁਖ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਹੈ, ਭਗਤੀ ਵਿੱਚ ਹੈ, ਜਿਹਦੇ ਕੋਲ ਸਿਮਰਨ ਹੈ, ਜਿਹਦੇ ਕੋਲ ਨਾਮ ਦੀ ਕਮਾਈ ਹੈ ਨਾ, ਉਹ ਨਗਨ ਫਿਰਤ, ਉਹਦੇ ਕੋਲ ਭਾਵੇਂ ਚੰਗੇ ਵਸਤਰ ਵੀ ਨਾ ਹੋਣ, ਪਾਟੇ ਪੁਰਾਣੇ ਹੀ ਵਸਤਰ ਹੋਣ, ਜਾਂ ਬਿਲਕੁਲ ਹੀ ਨਾ ਵਸਤਰ ਕੋਲ ਹੋਣ, ਤਾਂ ਵੀ ਨਾਮ ਜਪਣ ਕਰਕੇ ਉਹਦੀ ਸ਼ੋਭਾ ਹੈ। ਦੂਜੇ ਪਾਸੇ ਨਾਮ ਤੋਂ ਖਾਲੀ ਹੈ,
ਉਹਦੇ ਕੋਲ ਮਹਿੰਗੇ ਮਹਿੰਗੇ ਵਸਤਰ ਨੇ, ਮਹਿੰਗੇ ਮਹਿੰਗੇ ਗਹਿਣੇ ਪਾਉਣ ਵਾਸਤੇ, ਪਰ ਉਹਦੇ ਪਾਏ ਹੋਏ ਮਹਿੰਗੇ ਵਸਤਰ, ਮਹਿੰਗੇ ਗਹਿਣੇ ਬੰਦਗੀ ਨਹੀਂ ਹੈ ਤੇ ਉਹ ਕਿਸੇ ਕੰਮ ਦੇ ਨਹੀਂ ਹੈ। ਜਿਹਦੇ ਕੋਲ ਬੰਦਗੀ ਹੈ ਉਹਦਾ ਸਾਦਾ ਲਿਬਾਸ ਵੀ ਪ੍ਰਵਾਨ ਹੈ, ਕਿਉਂਕਿ ਉਹ ਸਫਲਾ ਹੈ। ਮਹਾਰਾਜ ਕਹਿਣ ਲੱਗੇ ਨਗਨ ਫਿਰਤ ਰੰਗ ਏਕ ਕੈ, ਜਿਹੜੇ ਇੱਕ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਵਿਚਰਦੇ, ਹਰ ਵੇਲੇ ਨਾਮ ਦੀ ਕਮਾਈ ਕਰਦੇ, ਉਹ ਨਗਨ ਫਿਰਤ, ਉਹ ਭਾਵੇਂ ਵਸਤਰਾਂ ਤੋਂ ਖਾਲੀ ਹੋਣ ਜਾਂ ਥੋੜੇ ਬਹੁਤੇ ਵਸਤਰ ਸਾਦੇ ਹੀ ਪੁਰਾਣੇ ਹੀ ਕੋਲ ਹੋਣ, ਮਹਾਰਾਜ ਕਹਿਣ ਲੱਗੇ ਉਹ ਸ਼ੋਭਾ ਪਾਏ, ਉਹਨਾਂ ਦੀ ਫਿਰ ਵੀ ਸ਼ੋਭਾ ਹੀ ਹੈ, ਇਹ ਨਾਮ ਦੀ ਵਡਿਆਈ ਹੈ। ਪਾਟ ਪਟੰਬਰ ਬਿਰਥਿਆ ਜਿਹੇ ਰਚ ਲੋਭਾਏ। ਪਾਤਸ਼ਾਹ ਕਹਿਣ ਲੱਗੇ ਪਾਟ ਪਟੰਬਰ, ਭਾਵੇਂ ਮਨੁੱਖ ਰੇਸ਼ਮ ਦੇ ਵਸਤਰ ਬਣਾ ਲਵੇ, ਪਸ਼ਮੀਨੇ ਦੇ ਵਸਤਰ ਬਣਾ ਲੈ, ਬੜੇ ਬੜੇ ਸੋਹਣੇ ਦਸਾਲੇ ਕੱਢ ਲੈ, ਰੂਈ ਦੇ ਮੋਟੇ ਵਸਤਰ ਬਣਾ ਲੈ ਕਿ ਠੰਡ ਆ ਗਈ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੇ ਬਿਰਥੇ ਹੀ ਨੇ ਭਾਈ, ਖਾਲੀ ਨੇ, ਕਿਉਂਕਿ ਜਿਸ ਤਨ ਦੇ ਉੱਪਰ ਇਹਨਾਂ ਵਸਤਰਾਂ ਨੂੰ ਪਹਿਨਣਾ ਹੈ ਉਸ ਤਨ ਦੇ ਅੰਦਰ ਨਾਮ ਦੀ ਕਮਾਈ ਕੋਈ ਨਹੀਂ ਹੈ। ਨਾਮ ਦੀ ਕਮਾਈ ਨਾ ਹੋਣ ਕਰਕੇ ਪਾਟ ਪਟੰਬਰ ਬਿਰਥਿਆ, ਇਹ ਰੇਸ਼ਮ ਦੇ ਕੱਪੜੇ ਪਾਏ ਹੋਏ ਵੀ ਵਿਅਰਥ ਹੀ ਨੇ, ਕਿਸੇ ਕੰਮ ਨਹੀਂ ਹਨ। ਜਿਹੇ ਰਚ ਲੋਭਾਏ, ਜਿਨ੍ਹਾਂ ਵਿੱਚ ਮਨੁੱਖ ਰਚ ਕੇ ਮਸਤ ਹੋ ਗਏ ਤੇ ਸਗੋਂ ਹੋਰ ਲੋਭ ਕਰਦਾ ਹੈ। ਮੈਂ ਇੰਨੇ ਵਾਲਾ ਗਹਿਣਾ ਕੱਪੜਾ ਪਾਇਆ ਹੈ, ਮੇਰੇ ਗੁਆਂਢੀ ਨੇ ਮੇਰੇ ਤੋਂ ਵੀ ਜ਼ਿਆਦਾ ਮਹਿੰਗਾ ਪਾਇਆ ਹੈ, ਹੁਣ ਮੈਂ ਅੱਗੇ ਇਸ ਤੋਂ ਵੀ ਅੱਗੇ ਜ਼ਿਆਦਾ ਮਹਿੰਗਾ ਲੈ ਕੇ ਆਉਣਾ ਹੈ, ਮੈਂ ਇਹਦੇ ਨਾਲੋਂ ਮਹਿੰਗਾ ਪਾਉਣਾ, ਇਹਦੀ ਆਕੜ ਭੰਨਣੀ ਹੈ, ਇਹਨੂੰ ਮੈਂ ਕਰਕੇ ਵਿਖਾਉਣਾ ਹੈ। ਜਦੋਂ ਐਸੀ ਤ੍ਰਿਸ਼ਨਾ ਵੱਧਦੀ ਹੈ ਨਾ ਤੇ ਫਿਰ ਮਨੁੱਖ ਕੋਈ ਨਾ ਕੋਈ ਪਾਪ ਕਰਮ ਕਰਦਾ ਹੈ। ਮਹਾਰਾਜ ਕਹਿਣ ਲੱਗੇ ਐਸੇ ਪਦਾਰਥਾਂ ਵਿੱਚ ਲੱਗਣ ਕਰਕੇ ਤੇ ਭਾਈ ਲੋਭ ਦੇ ਸਹਿਤ ਹੋਣਾ ਪੈਂਦਾ ਹੈ। ਸਭ ਕੁਛ ਤੁਮਰਾ ਹਾਥ ਪ੍ਰਭ ਆਪ ਕਰੇ ਕਰਾਏ। ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਹੈ ਪਰਮਾਤਮਾ ਸਾਰਾ ਕੁਝ ਤੁਹਾਡੇ ਹੱਥ ਹੀ ਹੈ, ਤੁਸੀਂ ਆਪ ਹੀ ਕਰਨ ਵਾਲੇ ਹੋ, ਆਪ ਹੀ ਕਰਾਉਣ ਵਾਲੇ ਹੋ, ਆਪ ਹੀ ਨਾਮ ਜਪਣ ਵਾਲਿਆਂ ਨੂੰ ਨਾਮ ਜਪਣ ਵਾਲੇ ਪਾਸੇ ਲਾਇਆ ਹੋਇਆ, ਆਪ ਹੀ ਸੰਸਾਰੀਆਂ ਨੂੰ ਸੰਸਾਰ ਵਾਲੇ ਪਾਸੇ ਲਾਇਆ ਹੋਇਆ ਹੈ, ਆਪ ਹੀ ਸਭ ਕੁਝ ਕਰਨ ਵਾਲੇ ਹੋ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਪ੍ਰਮਾਤਮਾ ਆਪ ਹੀ ਭਾਈ ਸਾਰੇ ਜੀਵਾਂ 'ਚ ਵਸਦਾ ਹੈ, ਕਿਸੇ ਨੂੰ ਕੋਈ ਕਾਰਜ ਵਾਸਤੇ ਲਾਇਆ ਹੋਇਆ ਹੈ। ਸਭ ਕੇਸ਼ ਤੁਮਰਾ ਹਾਥ ਪ੍ਰਭ, ਸਤਿਗੁਰੂ ਐ ਪ੍ਰਮਾਤਮਾ ਸਭ ਕੁਝ ਤੁਹਾਡੇ ਹੱਥ ਵੱਸ ਹੈ, ਆਪ ਕਰੇ ਕਰਾਏ, ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲੇ ਔਰ ਸਾਰੇ ਕਾਰਜਾਂ ਨੂੰ ਕਰਾਉਣ ਵਾਲੇ ਹੋ, ਐਸੀ ਆਪ ਜੀ ਮਹਾਨ ਬਖਸ਼ਿਸ਼ ਕਰਦੇ ਹੋ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਸਤਿਗੁਰੂ ਬਖਸ਼ਿਸ਼ ਕਰਦੇ ਸਾਨੂੰ ਇਹ ਦਾਨ ਬਖਸ਼ਿਸ਼ ਪ੍ਰਾਪਤ ਹੋਵੇ ਕਿ ਸਾਸ ਸਾਸ, ਜਦੋਂ ਸਾਹ ਆਉਣਾ ਹੈ ਉਦੋਂ ਨਾਮ ਮੁਖੋਂ ਨਿਕਲੇ, ਜਦੋਂ ਸਾਹ ਨਿਕਲਣਾ ਹੈ ਉਦੋਂ ਵੀ ਨਾਮ ਨਿਕਲੇ। ਇਹ ਸਾਸ ਸਾਸ ਸਿਮਰਤ ਰਹਾ, ਸਿਮਰਤ ਤੋਂ ਭਾਵ ਹੈ ਯਾਦ ਕਰਨਾ। ਅਸੀਂ ਹਰੇਕ ਸਵਾਸ ਦੇ ਨਾਲ ਇਹ ਤੁਹਾਨੂੰ ਯਾਦ ਕਰਦੇ ਰਹੀਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਹ ਜਿਹੜੇ ਦਮ ਸਾਹ ਆ ਰਹੇ ਨੇ ਨਾ, ਹਰੇਕ ਸਾਹ ਦੇ ਵਿੱਚ ਪਰਮਾਤਮਾ ਤੁਹਾਡਾ ਨਾਮ ਜਪ ਸਕੀਏ। ਇਹੋ ਜਿਹਾ ਸਾਹ ਕੋਈ ਆਵੇ ਹੀ ਨਾ ਜਿਸ ਕਰਕੇ ਨਾਮ ਦਾ ਉਚਾਰਨ ਮੁਖੋਂ ਨਿਕਲੇ ਨਾ ਤੇ ਉਹ ਸਵਾਸ ਖਾਲੀ ਚਲਾ ਜਾਵੇ। ਇਸ ਤਰ੍ਹਾਂ ਦਾ ਸਵਾਸ ਕੋਈ ਨਾ ਆਵੇ। ਜਿੰਨੇ ਸਾਹ ਆਉਣ ਉਹ ਤੇਰੇ ਨਾਮ ਨੂੰ ਜਪਦਿਆਂ ਹੀ ਆਉਣ ਤਾਂ ਕਿ ਸਫਲੇ ਹੋ ਜਾਣ। ਬੇਨਤੀ ਇਹ ਹੈ ਕਿ ਮਹਾਰਾਜ ਕਹਿਣ ਲੱਗੇ ਸਾਸ ਸਾਸ ਸਿਮਰਤ ਰਹਾ, ਇਹ ਬੇਨਤੀ ਕਰਿਆ ਕਰ। ਗੁਰੂ ਕਿਹਾ ਸਿੱਖ ਅਰਦਾਸ ਕਿਵੇਂ ਕਰਨੀ ਹੈ? ਅਸੀਂ ਅਰਦਾਸ ਕਰਦੇ ਹਾਂ ਸੰਸਾਰੀ ਪਦਾਰਥਾਂ ਵਾਸਤੇ ਜਾਂ ਕਰਦੇ ਹਾਂ ਸੰਸਾਰੀ ਲੋਕਾਂ ਵਾਸਤੇ। ਸੰਸਾਰੀ ਲੋਕਾਂ ਵਿੱਚ ਪਰਿਵਾਰ ਰਿਸ਼ਤੇਦਾਰ ਆ ਗਏ, ਇਹਨੂੰ ਇਹ ਮਿਲ ਜਾਵੇ, ਇਹਨੂੰ ਇਹ ਮਿਲ ਜਾਵੇ, ਜਾਂ ਆਪਣੇ ਵਾਸਤੇ ਕਰਦੇ ਕਿ ਮੈਨੂੰ ਇਹ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਅਰਦਾਸ ਕਰਨੀ ਹੈ ਨਾ ਤੇ ਇਹ ਕਰਿਆ ਕਰ ਕਿ ਸਾਸ ਸਾਸ ਸਿਮਰਤ ਰਹਾ। ਮਹਾਰਾਜ ਕਿਰਪਾ ਕਰੋ ਮੇਰੇ ਤੇ ਕਿ ਮੈਂ ਹਰੇਕ ਸਵਾਸ ਦੇ ਨਾਲ ਤੁਹਾਡਾ ਨਾਮ ਜਪਾਂ। ਇਹ ਤੁਹਾਡੀ ਕਿਰਪਾ ਬਿਨਾਂ ਨਹੀਂ ਹੋ ਸਕਦਾ ਹੈ। ਜਿੰਨਾ ਚਿਰ ਤੁਸੀਂ ਬਖਸ਼ਿਸ਼ ਨਹੀਂ ਕਰਦੇ ਉਹਨਾਂ ਚਿਰ ਇਹ ਗੱਲ ਬਣਨੀ ਨਹੀਂ ਹੈ। ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖੋਗੇ ਤਾਂ ਇਹ ਕਾਰਜ ਹੋ ਸਕਦਾ ਹੈ। ਨਾਨਕ ਦਾਨ ਪਾਏ, ਇਹ ਕਿਰਪਾ ਕਰੋ
ਇਹ ਮੈਨੂੰ ਦਾਨ ਬਖਸ਼ਿਸ਼ ਕਰ ਦਿਓ। ਦਾਨ ਕੀ ਦੇਣਾ ਹੈ ਕਿ ਨਾਮ ਜਪਣ ਦਾ, ਇਹ ਦਾਨ ਦੇ ਦਿਓ, ਅਸੀਂ ਨਾਮ ਜਪਦੇ ਰਹੀਏ। ਗੁਰੂ ਕਿਹਾ ਸਿੱਖਾ ਤੂੰ ਵੀ ਇਹ ਬੇਨਤੀ ਕਰ। ਗੁਰੂ ਦੇ ਅੱਗੇ ਸਤਿਗੁਰੂ ਰਹਿਮਤ ਕਰਕੇ ਸਾਨੂੰ ਸਵਾਸ ਸਵਾਸ ਨਾਮ ਬਖਸ਼ਿਸ਼ ਕਰ ਦਿਓ। ਇਹੋ ਹੀ ਦਾਨ ਚਾਹੁੰਦੇ ਹਨ। ਇੱਕ ਦਖਣਾ ਹੋ ਤੋ ਪਹਿ ਮੰਗੋ। ਮਹਾਰਾਜ ਇੱਕ ਦਕਸ਼ਨਾ ਮੰਗਦੇ, ਇੱਕ ਭਿਖਿਆ ਮੰਗਦੇ। ਭਿਖਿਆ ਇਹੋ ਹੀ ਮੰਗਦੇ ਹਾਂ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਦੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ। ਦਿਆਲੂ ਹੋ ਕੇ ਕੀ ਕਰੋ, ਮੈਨੂੰ ਮੰਗਤੇ ਨੂੰ ਨਾਮ ਦੇ ਦਿਓ। ਮੈਂ ਤੁਹਾਡੇ ਦਰ ਦਾ ਭਿਖਾਰੀ ਹਾਂ, ਮੇਰੇ ਇਸ ਭਿਖਾਰੀ ਤੇ ਅਸੀਂ ਕਿਰਪਾ ਕਰ ਦਿਓ। ਸਦਾ ਰਹੋ ਰੰਗ ਰਾਤਾ, ਮੈਂ ਆਪ ਜੀ ਦੇ ਪ੍ਰੇਮ ਦੇ ਵਿੱਚ ਸਦਾ ਵਾਸਤੇ ਲਿਵਲੀਨ ਰਵਾਂ, ਆਪ ਜੀ ਦੀ ਬਖਸ਼ਿਸ਼ ਦਾ ਪਾਤਰ ਬਣਿਆ ਰਵਾਂ, ਇਹ ਕਿਰਪਾ ਕਰੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਾਥ ਸਾਥ ਸਿਮਰਤ ਰਹਾ ਨਾਨਕ ਦਾਨ ਪਾਏ। ਮੈਨੂੰ ਇਹ ਦਾਨ ਪ੍ਰਾਪਤ ਹੋਵੇ, ਹਰੇਕ ਸਵਾਸ ਦੇ ਨਾਲ ਤੁਹਾਡਾ ਨਾਮ ਜਪਾਂ। ਇਹ ਸਤਿਗੁਰੂ ਪਾਤਸ਼ਾਹ ਜੀਆਂ ਨੇ ਮਹਾਨ ਭਾਰੀ ਬਖਸ਼ਿਸ਼ ਕਰਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦੇ ਨਾਲ ਮਹਾਰਾਜ ਜੀ ਨੇ ਨਵਾਜਿਆ ਹੈ। ਦਾਸ ਕੋਲੋਂ ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ ਤਾਂ ਕਿ ਸਾਡਾ ਭਲਾ ਹੋਵੇ। ਸਾਡੇ ਕੋਲ ਸਤਿਕਾਰਯੋਗ ਗਿਆਨੀ ਸਤਨਾਮ ਸਿੰਘ ਜੀ, ਜੋ ਕਿ ਦਮਦਮੀ ਟਕਸਾਲ ਦੇ ਵਿੱਚ ਸਾਡੇ ਤੋਂ ਪਹਿਲਾਂ ਜਥੇ ਵਿੱਚ ਆ ਕੇ ਭਰਤੀ ਹੋਏ ਅਤੇ ਜਿੱਥੇ ਉਹਨਾਂ ਨੇ ਗੁਰਬਾਣੀ ਦੀ ਕਥਾ ਦੀ ਦਾਤ ਪ੍ਰਾਪਤ ਕੀਤੀ, ਉਥੇ ਸੇਵਾ ਸਿਮਰਨ ਕਰਕੇ ਵੀ ਆਪਣੇ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਬਣਾ ਰਹੇ ਹਨ। ਪਿਛਲੇ 2 ਦਿਨਾਂ ਤੋਂ ਆਪ ਸੰਗਤਾਂ ਦੇ ਦਰਸ਼ਨ ਕਰਦਿਆਂ ਹੋਇਆਂ ਕੱਲ ਸਵੇਰੇ ਅਤੇ ਕੱਲ ਸ਼ਾਮ ਨੂੰ ਆਪ ਸੰਗਤਾਂ ਨੇ ਤਿੰਨਾਂ ਪਾਸੋਂ ਗੁਰਬਾਣੀ ਔਰ ਇਤਿਹਾਸ ਦੀ ਜੋ ਕਥਾ ਵਿਚਾਰ ਹੈ, ਮੜਬੁੱਲੇ ਬਚਨ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਐਸੇ ਬਚਨ ਆਪਾਂ ਸਰਵਣ ਕੀਤੇ। ਅੱਜ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਹਾਜ਼ਰੀ ਭਰਨ ਵਾਸਤੇ, ਪਰ ਉਹਨਾਂ ਨੇ ਹਾਜ਼ਰੀ ਭਰੀ ਨਹੀਂ ਹੈ। ਕੋਈ ਕਾਰਨ ਹੋ ਸਕਦਾ ਹੈ, ਨਹੀਂ ਤੇ ਅੱਜ ਵੀ ਉਹਨਾਂ ਨੇ ਇਹ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਸੰਗਤਾਂ ਨੂੰ ਵਡਮੁੱਲੇ ਬਚਨ ਜਿਹੜੇ ਸਨ ਉਹ ਸਰਵਣ ਕਰਵਾਉਣੇ ਸਨ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ, ਉਹਨਾਂ ਨੂੰ ਜੀ ਆਇਆਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦੇ ਕੇ ਵਡਮੁੱਲੇ ਬਚਨ ਸਰਵਣ ਕਰਵਾ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਹਨ। ਸੋ ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਅਗਲੇ ਬਚਨ ਬਲਾਸ ਜਿਹੜੇ ਨੇ ਗੁਰੂ ਘਰ ਦੇ ਸਟੇਜ ਸਕੱਤਰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਆਪ ਸੰਗਤਾਂ ਦੇ ਨਾਲ ਬਚਨ ਕਰ ਰਹੇ ਨੇ, ਉਹਨਾਂ ਦੇ ਕੋਲੋਂ ਆਪਾਂ ਬਾਕੀ ਬਚਨ ਸਰਵਣ ਕਰਾਂਗੇ। ਉਹਨਾਂ ਦੀ ਮੁਆਫੀ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜਿਹੜੇ ਕਿ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ। ਵਾਹਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ